मेरे दोस्त जिहड़े ने मखौल करदे हुंदे सी भी ये सूल तेरे ही क्यों उठदा है। ਉਹ मैं कहा भाई मैं अकाली हाँ, पर मैनू अकालीयत गुम हुंदी जांदी लगदी है। अकालीयत गुम हुंदी है तो मेरा मेरा चित्त घिरदा है। ये मेरी चीख बुलबुली है, ये तो मैं चीख मार रहा है, इनू तुसीं गलबात रंग समझो। सिख होने दे दर्द विचों लंघ रहे हैं इसलिए, ते कह भी नहीं सकते क्योंकि सुनने वाला कोई नहीं है। असीं क्रिश्चियन देश विच दंद लाउंदे फिर रहे हैं। इंग्लैंड उत्थे साडे गुरुद्वारे ने, उत्थे दे क्रिश्चियनिटी सानू धर्म परिवर्तन च पा के सानू नहीं मार रही। असीं कनेडा विच क्रिश्चियन कंट्री आ, वो महाराणी दे अंदर है, उत्थे असीं दंद लाउंदे फिर रहे। साडी इन्नी ताकत है, साडे गुरुद्वारे साडी मतलब मैंबर जिहड़े ने उहदी सियासत विच ने जिहड़े उन्हां दा धर्म परिवर्तन ते कोई असर नहीं हो रहा। सुखबीर सिंह हुणी देवी जाके देवी पूजन करते हैं, ਉਹਦੇ बारे च जथेदार ये फैसला लवे जिवें गुरबचन सिंह ने लिया सी भी सरसे वाला ठीक है, जिवें श्रोमणी कमेटी लिया सी भी 90,000 दे शहादत दित्ते सी भी वो ठीक है, असीं उहनूं बरी कीता ठीक है। ये कर लैण, ये जथेदार कहे भी सुखबीर सिंह का हक उत्थे जाण दा, घट्टो घट्ट कम्युनिटी नूं पता तो लगे ना। अज ही एक स्टेटमेंट जथेदार साहब की वो ये है कि बाणी नूं जिवें लिखिआ उवें पढ़ना चाहिए। तुहानूं तुहाडे राहीं मैं दसना चाहुंदा भी कोई एक बंदा दे गुरु नानक तों लैके अज तक दसो जिन्हें ये कहा होवे भी जिस तरह लिखिआ उस तरह नहीं पढ़ना। किहनूं समझाई जांदे हो? हरमंदर साहब दी जाके देखो, हरमंदर साहब च मत्था टेकण वाले जिहड़े ने उन्हां चों सिखां नालों जिहड़े नहीं सिख दिसदे जां नहीं सिख उन्हां दी गिनती ज़्यादा है। मतलब ये ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਉਹਦੇ ਨਾਲ ਕੋਈ ਧਰਮ ਪਰਿਵਰਤਨ ਨਹੀਂ ਹੁੰਦਾ। ਜੇ ਸਾਡੇ ਕੋਲ ਬੰਦਾ ਆ ਜਾਏ ਤੇ ਉਹ ਧਰਮ ਪਰਿਵਰਤਨ ਨਹੀਂ ਹੁੰਦਾ, ਜੇ ਅਸੀਂ ਕਿਸੇ ਕੋਲ ਚਲੇ ਜਾਈਏ ਧਰਮ ਪਰਿਵਰਤਨ ਹੁੰਦਾ। ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਪ੍ਰੋਫੈਸਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸਰਦਾਰ ਸਾਹਿਬ ਜੀ ਆਇਆਂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਪੰਜਾਬੀ 'ਚ ਆਖਦੇ ਆ ਤੂੰ ਕੌਣ ਆਖੇ ਮੈਂ ਖਾ ਮਖਾ। ਸਾਨੂੰ ਪੁੱਛਿਆ ਜਾਊਗਾ, ਮੈਨੂੰ ਖਾਸ ਤੌਰ ਤੇ ਤੁਸੀਂ ਗੱਲ ਕਰਨ ਲੱਗੇ ਹੋ ਪਹਿਲਾਂ ਆਪਣੇ ਵੱਲ ਝਾਤੀ ਮਾਰ ਲਓ ਕਿੰਨੇ ਕੁ ਪਰਪੱਕ ਹੋ, ਪਰ ਇਸ਼ੂ ਤਾਂ ਇਸ਼ੂ ਹੁੰਦਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਚਿੰਤਾ ਵਿਅਕਤ ਕਰਦੇ ਆ ਕਿ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਸਿੱਖਾਂ ਦਾ। ਸਵਾਲ ਇਹ ਹੈ ਕਿ ਇਹ ਇੱਕ ਨਿੱਜ ਦਾ ਸਵਾਲ ਆ, ਮੈਂ ਕਿਸ ਧਰਮ ਨਾਲ ਜੁੜਨਾ ਹੈ ਜਾਂ ਮੇਰੀ ਨਿੱਜ ਕੀ ਆ, ਇਹ ਮੇਰੇ ਤੱਕ ਸੀਮਿਤ ਹੈ ਔਰ ਸੰਵਿਧਾਨ ਸਾਨੂੰ ਇਹ ਪ੍ਰਾਈਵੇਸੀ ਦਿੰਦਾ ਹੈ। ਲੇਕਿਨ ਜੇ ਅਸੀਂ ਉਹ ਨਿੱਜ ਤੱਕ ਰਹਿੰਦੇ ਠੀਕ ਆ, ਲੇਕਿਨ ਜੇਕਰ ਮਿੱਥ ਕੇ ਕੋਈ ਧਰਮ ਪਰਿਵਰਤਨ ਦੀ ਕਵਾਇਦ ਚੱਲਦੀ ਹੈ ਤੇ ਉਹਦਾ ਖੰਡਨ ਕਰਨਾ ਬਣਦਾ ਹੈ। ਜੇ ਇਹ ਸੱਚਮੁੱਚ ਹੈ ਤਾਂ ਸਿੰਘ ਸਾਹਿਬ ਠੀਕ ਹੋਣਗੇ। ਇਸ ਇਸ਼ੂ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਸਿੱਖਾਂ ਦੇ ਵਿੱਚ ਦੇਰ ਤੋਂ ਇਹ ਗੱਲ ਆ ਰਹੀ ਹੈ ਕਿ ਈਸਾਈ ਮਿਸ਼ਨਰੀ ਸਿੱਖਾਂ ਨੂੰ ਈਸਾਈ ਬਣਾਉਣ ਲਈ ਲਗਾਤਾਰ ਯਤਨ ਕਰ ਰਿਹਾ ਔਰ ਇਹ ਸੁਚੇਤ ਪੱਧਰ ਤੇ ਹੋ ਰਿਹਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਘਰ ਘਰ ਅੰਦਰ ਧਰਮਸਾਲ ਨਾਂ ਦੀ ਇੱਕ ਕੰਪੇਨ ਲਾਂਚ ਕਰਦੇ ਆ ਔਰ ਇਸੇ ਮੌਕੇ ਤੇ ਸਿੰਘ ਸਾਹਿਬ ਨਾਲ ਕਹਿੰਦੇ ਆ ਕਿ ਸਾਡੇ ਧਰਮ ਨੂੰ ਜਾਣ ਬੁੱਝ ਕੇ ਇੱਕ ਥ੍ਰੈਟ ਦੇ ਅੰਦਰ, ਇੱਕ ਖਤਰੇ ਦੇ ਵਿੱਚ ਦੂਜੇ ਧਰਮਾਂ ਵਾਲੇ ਇਹ ਪਰਿਵਰਤਨ ਕਰਾ ਰਹੇ ਆ। ਮੈਂ ਤੁਹਾਡੇ ਤੋਂ ਜਾਣਨਾ ਹੈ ਕਿ ਧਰਮ ਸੱਚਮੁੱਚ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹਨੂੰ ਇਵੇਂ ਦੇ ਖਤਰੇ ਹੋਣ। ਦੂਜੀ ਗੱਲ, ਜੇ ਧਰਮ ਨਿੱਜ ਆ ਤਾਂ ਨਿੱਜ ਅਖਤਿਆਰ ਦੇ ਦੇਣੇ ਚਾਹੀਦੇ ਕਿ ਕੋਈ ਕਿਵੇਂ ਧਾਰਨ ਕਰ ਲੇ, ਪਰ ਜੇ ਕੋਈ ਕਿਸੇ ਨੂੰ ਇਨਫਲੂਐਂਸ ਕਰਨ ਦੀ ਯਤਨ ਕਰੇ, ਕਿਸੇ ਤੇ ਅਸਰ ਪਾ ਕੇ ਉਹਦਾ ਧਰਮ ਪਰਿਵਰਤਨ ਕਰਾਏ, ਜਦੋਂ ਇਤਿਹਾਸ ਵਿੱਚ ਵੀ ਗੁਰੂ ਸਾਹਿਬਾਨ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਪਰਿਵਰਤਨ ਲਿਖਿਆ ਗਿਆ ਤੇ ਉਹ ਇੱਕ ਸਿਦਕ ਦੀ ਮਿਸਾਲ ਹੈ। ਸਾਡੇ ਕੋਲ ਸਦਾ ਇਸ ਤਰ੍ਹਾਂ ਦੀਆਂ ਗੱਲਾਂ ਤੁਰਦੀਆਂ ਰਹੀਆਂ। ਮੈਨੂੰ ਖੋਲ ਕੇ ਦੱਸਿਓ, ਗੁਰਬਾਣੀ ਨਾਲ ਜੁੜੇ ਹੋ, ਧਰਮ ਨਾਲ ਜੁੜੇ ਹੋ, ਇਹ ਮਸਲਾ ਕੀ ਆ ਤੇ ਇਹਨੂੰ ਕਿਵੇਂ ਦੇਖੀਏ? ਮੈਨੂੰ ਮੇਰੇ ਤੇ ਸਿਰ ਦੇ ਉੱਤੋਂ ਦੀ ਲੰਘਦਾ ਸਮਝ ਤੋਂ ਬਾਹਰ ਮੋਟੀ ਮੋਟੀ ਸਮਝ ਆ ਮੇਰੀ, ਦੱਸਿਓ ਜ਼ਰਾ। ਰੰਧਾਵਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਬਹੁਤ ਹੀ ਇੱਕ ਜਿਹੜਾ ਲੋੜੀਂਦਾ ਇਸ਼ੂ, ਮੈਂ ਸੈਂਸਿਟਿਵਲੀ ਕਹਿੰਦਾ ਇਹਨੂੰ, ਇਹ ਲੋੜੀਂਦਾ ਇਸ਼ੂ ਹੈ ਜਿਹੜਾ ਸਾਨੂੰ ਵਿਚਾਰਨਾ ਚਾਹੀਦਾ ਕਿਉਂਕਿ ਅਸੀਂ ਤਰੱਕੀ ਕਰਕੇ ਬਹੁਤ ਅੱਗੇ ਆ ਗਏ ਹਾਂ। ਮੈਂ ਸਾਹਿਬਜ਼ਾਦਿਆਂ ਦੀ ਮਿਸਾਲ ਨਹੀਂ ਲਵਾਂਗਾ, ਮੈਂ ਗੁਰੂ ਪੀਰੀਅਡ ਦੀ ਕੋਈ ਮਿਸਾਲ ਨਹੀਂ ਲਵਾਂਗਾ ਕਿਉਂਕਿ ਗੁਰੂ ਪੀਰੀਅਡ ਵਿੱਚ ਗੁਰੂ ਹਾਜ਼ਰ ਸਨ ਤੇ ਉਹਨਾਂ ਦੀ ਹਾਜ਼ਰੀ ਵਿੱਚ ਜੋ ਹੋ ਰਿਹਾ ਸੀ ਉਹ ਸਾਨੂੰ ਉਹਦੇ ਨਾਲ ਉਹਦਾ ਸਾਨੂੰ ਫਾਇਦਾ ਲਿਆ, ਸਾਡੀ ਵਿਰਾਸਤ ਹੈ। पर वो साढ़े वास्ते कोई यहो जी गल नहीं भी उहो जी तरीका अज नहीं हो सकता। मैं समझदा रहा कि साडी समस्या जिहड़ी हैगी है मुढ़ तो ये रही है कि सिख धर्म नूं जिवें परसीव किया गया सी उवें सिख उन्होंने अगे लैके तुर नहीं रहे। जिहड़ी असल समस्या वो है तो इस करके मेरे मुताबिक जिहड़ी समस्या पैदा हो रही है वो सिखां दे पैरों हो रही है। फर्ज करो एक बंदा जिहड़ा सिख है, जिवें तुसीं कहा भी मतलब निज दा मैं वो भी नहीं मानता। मैं
ਨਿੱਜ ਜਿਹੜਾ ਹੈ ਧਰਮ ਜਦੋਂ ਧਰਮ ਆਪਣੇ ਤੌਰ ਤੇ ਬਹੁਤਾ ਨਿੱਜ ਨੂੰ ਇੰਪੋਰਟੈਂਸ ਨਹੀਂ ਦਿੰਦਾ ਤੇ ਪਰ ਜਿਹੜੀ ਮਾਡਰਨਿਟੀ ਆ ਗਈ ਹੈ ਉਹਦੇ ਚ ਨਿੱਜ ਬੜਾ ਪ੍ਰਧਾਨ ਹੋ ਗਿਆ ਤੇ ਉਹਦੇ ਨਾਲ ਵੀ ਸਮੱਸਿਆਵਾਂ ਪੈਦਾ ਹੋਣੀਆਂ, ਉਹ ਅਲੱਗ ਮਸਲਾ ਹੈ, ਉਹਦੇ ਨਾਲ ਨਹੀਂ ਲੈਂਦੇ ਸੀ। ਮੈਂ ਇੱਥੇ ਲਾਉਣਾ ਚਾਹੁੰਦਾ ਕਿ ਇਹ ਸਿੱਖਾਂ ਨੂੰ ਲਗਾਤਾਰ ਰਿਹਾ ਕਿ ਕਦੇ ਸਾਨੂੰ ਮੁਸਲਮਾਨਾਂ ਤੋਂ ਖਤਰਾ ਹੈ, ਕਦੇ ਸਾਨੂੰ ਹਿੰਦੂ ਜਜ਼ਬ ਕਰਨਾ ਚਾਹੁੰਦੇ ਨੇ, ਕਦੇ ਹੁਣ ਕ੍ਰਿਸਚੈਨਿਟੀ ਜਿਹੜੀ ਹੈ ਉਹ ਸਾਨੂੰ ਖਾ ਜੂਗੀ। ਕ੍ਰਿਸਚੈਨਿਟੀ ਨੇ ਆਪਣੇ ਰਾਜ ਵੇਲੇ ਜਦੋਂ ਮਤਲਬ ਇੰਨੇ 100 ਸਾਲ ਰਾਜ ਕੀਤਾ ਹਿੰਦੁਸਤਾਨ ਤੇ ਮਤਲਬ ਸਾਡੇ ਕੋਲ ਵੀ ਉਹ 1849 ਤੋਂ ਲੈ ਕੇ ਲਗਾਤਾਰ ਸਾਡੇ ਤੇ ਰਾਜ ਕਰਦੇ ਰਹੇ ਪੰਜਾਬ ਤੇ, ਉਦੋਂ ਤੇ ਸਿੱਖੀ ਖਾਧੀ ਨਹੀਂ ਗਈ। ਉਦੋਂ ਤੇ ਮਤਲਬ ਬੰਦੇ ਜਿਹੜੇ ਨੇ ਪੈਦਾ ਹੁੰਦੇ ਰਹੇ, ਉਦੋਂ ਤੇ ਸਾਡੇ ਕੋਲ ਮਤਲਬ ਜਿਹੜੇ ਨੇ ਅਕਾਲੀ ਫੂਲਾ ਸਿੰਘ ਵਰਗੇ ਬੰਦੇ ਪੈਦਾ ਹੁੰਦੇ ਰਹੇ ਨੇ, ਉਦੋਂ ਉਹਨਾਂ ਨੇ ਤਾਂ ਕਿਸੇ ਨੇ ਕੁਛ ਨਹੀਂ ਕਿਹਾ। ਮੇਰਾ ਮਤਲਬ ਇਹ ਕਹਿਣ ਦਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਇਸ ਵੇਲੇ ਤੇ ਜਿਹੜੀ ਸਮੱਸਿਆ ਪੈਦਾ ਹੋ ਰਹੀ ਹੈ ਨਾ, ਮੈਂ ਕਹਿੰਦਾ ਵੀ ਜਦੋਂ ਦੀ 28 ਦੀ ਇਲੈਕਸ਼ਨ ਲੜਨ ਦਾ ਅਕਾਲੀ ਦਲ ਨੇ ਫੈਸਲਾ ਕੀਤਾ ਹੈ, ਉਦੋਂ ਤੋਂ ਮਤਲਬ ਅਕਾਲ ਤਖਤ ਦੀ ਐਕਟੀਵਿਟੀਜ਼ ਤੇ ਅਕਾਲੀ ਦਲ ਜਿਹੜੀ ਸ਼੍ਰੋਮਣੀ ਕਮੇਟੀ ਦੀਆਂ ਐਕਟੀਵਿਟੀਜ਼ ਨੇ ਇਹ ਵੱਧ ਗਈਆਂ ਨੇ। ਇਹ ਵੱਧ ਗਈਆਂ ਤੇ ਉਹਦਾ ਬਹਾਨਾ ਇਹ ਲੈ ਰਹੇ ਨੇ ਕਿ ਅਸੀਂ ਧਰਮ ਪਰਿਵਰਤਨ ਤੋਂ ਬਜਾਏ, ਧਰਮ ਪਰਿਵਰਤਨ ਨਾਂ ਦੀ ਕੋਈ ਚੀਜ਼ ਇੱਥੇ ਹੈ ਹੀ ਨਹੀਂ। ਇਹ ਤੇ ਮਤਲਬ ਇਸ਼ੂ ਜਿਹੜਾ RSS ਨੇ ਖੜਾ ਕੀਤਾ ਹੋਇਆ ਧਰਮ ਪਰਿਵਰਤਨ ਦਾ, ਵੀ ਅਸੀਂ ਕਰ ਸਕਦੇ ਹਾਂ, ਹੋਰ ਕੋਈ ਨਹੀਂ ਕਰ ਸਕਦਾ। ਉਹ ਇਹ ਕਹਿ ਰਹੇ ਨੇ ਉਲਟਾ ਵੀ ਅਸੀਂ ਜਦੋਂ ਸਾਡੇ ਕੋਲ ਤੁਸੀਂ ਮਤਲਬ ਰੰਧਾਵਾ ਸਾਹਿਬ, ਮੈਂ ਜਿਹੜੀ ਤੁਸੀਂ ਨਿੱਜ ਵਾਲੀ ਗੱਲ ਕਰਦੇ ਉਹ 'ਚ ਮੈਂ ਉਹਨੂੰ ਮਤਲਬ ਜਨਰਲਾਈਜ਼ ਕਰਕੇ ਦੇਖਣਾ ਚਾਹੁੰਦਾ। ਹਰਿਮੰਦਰ ਸਾਹਿਬ ਦੀ ਜਾ ਕੇ ਦੇਖੋ, ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਵਾਲੇ ਜਿਹੜੇ ਨੇ ਉਹਨਾਂ 'ਚੋਂ ਸਿੱਖਾਂ ਨਾਲੋਂ ਜਿਹੜੇ ਨਹੀਂ ਸਿੱਖ ਦਿਸਦੇ ਜਾਂ ਨਹੀਂ ਸਿੱਖ, ਉਹਨਾਂ ਦੀ ਗਿਣਤੀ ਜ਼ਿਆਦਾ ਹੈ। ਮਤਲਬ ਇਹ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਉਹਦੇ ਨਾਲ ਕੋਈ ਧਰਮ ਪਰਿਵਰਤਨ ਨਹੀਂ ਹੁੰਦਾ। ਜੇ ਸਾਡੇ ਕੋਲ ਬੰਦਾ ਆ ਜਾਏ ਤੇ ਉਹ ਧਰਮ ਪਰਿਵਰਤਨ ਨਹੀਂ ਹੁੰਦਾ, ਜੇ ਅਸੀਂ ਕਿਸੇ ਕੋਲ ਚਲੇ ਜਾਈਏ ਧਰਮ ਪਰਿਵਰਤਨ ਹੁੰਦਾ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਸਿੱਖ ਨੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਦਾ ਜਥੇਦਾਰ ਹੈ, ਇਹਨਾਂ ਦਾ ਧਿਆਨ 'ਚ ਕਿਉਂ ਨਹੀਂ ਹੈ ਕਿ ਅਸੀਂ ਕ੍ਰਿਸਚੀਅਨ ਦੇਸ਼ ਵਿੱਚ ਦੰਦ ਲਾਉਂਦੇ ਫਿਰ ਰਹੇ ਹਾਂ। ਇੰਗਲੈਂਡ ਉੱਥੇ ਸਾਡੇ ਗੁਰਦੁਆਰੇ ਨੇ, ਉੱਥੇ ਦੇ ਕ੍ਰਿਸਚੀਅਨਟੀ ਸਾਨੂੰ ਧਰਮ ਪਰਿਵਰਤਨ 'ਚ ਪਾ ਕੇ ਸਾਨੂੰ ਨਹੀਂ ਮਾਰ ਰਹੀ। ਜੇ ਅਸੀਂ ਅੱਜ ਕ੍ਰਿਸਚੀਅਨਟੀ ਤੇ ਬਿਨਾਂ ਲੋੜ ਤੋਂ ਉਹਨਾਂ ਤੇ ਸ਼ੱਕ ਕਰਾਂਗੇ ਜਾਂ ਉਹਨਾਂ ਦੇ ਗਲ ਪਵਾਂਗੇ ਤੇ ਸਾਨੂੰ ਉੱਥੇ ਜਿਹੜਾ ਨੁਕਸਾਨ ਹੋਗਾ ਇੰਗਲੈਂਡ ਵਾਲੇ ਸਿੱਖਾਂ ਨੂੰ ਹੋਏਗਾ, ਉਹਨਾਂ ਨੂੰ ਭੁਗਤਣਾ ਪਏਗਾ। ਅਸੀਂ ਕੈਨੇਡਾ ਵਿੱਚ ਕ੍ਰਿਸਚੀਅਨ ਕੰਟਰੀ ਆ, ਉਹ ਮਹਾਰਾਣੀ ਦੇ ਅੰਦਰ ਹੈ, ਉੱਥੇ ਅਸੀਂ ਦੰਦ ਲਾਉਂਦੇ ਫਿਰ ਰਹੇ। ਸਾਡੀ ਇੰਨੀ ਤਾਕਤ ਹੈ, ਸਾਡੇ ਗੁਰਦੁਆਰੇ, ਸਾਡੇ ਮਤਲਬ ਮੈਂਬਰ ਜਿਹੜੇ ਨੇ ਉਹਦੀ ਸਿਆਸਤ ਵਿੱਚ ਨੇ ਜਿਹੜੇ, ਉਹਨਾਂ ਦਾ ਧਰਮ ਪਰਿਵਰਤਨ ਤੇ ਕੋਈ ਅਸਰ ਨਹੀਂ ਹੋ ਰਿਹਾ। ਅਸੀਂ ਮਤਲਬ ਧਰਮ ਪਰਿਵਰਤਨ ਇੱਥੇ ਹੀ ਸਾਨੂੰ ਹੋ ਗਿਆ। ਮੈਂ ਸਮਝਦਾ ਕਿ ਸਿੱਖੀ ਨੂੰ ਅਸੀਂ ਇੰਨਾ ਕਮਜ਼ੋਰ ਕਰਤਾ ਹੈ ਕਿ ਮਤਲਬ ਇੱਕ ਈਸ਼ਰ ਸਿੰਘ ਭਾਈਆ ਦਾ ਮਤਲਬ ਹੁੰਦਾ ਸੀ ਪਹਿਲਾਂ ਇੱਕ ਇੱਥੇ ਸ਼ੇਰ ਕਿ ਧਰਮ ਨਾ ਹੋਇਆ ਕੋਈ ਮੋਮਬੱਤੀ, ਪਿਘਲ ਗਈ ਫੌਰਨ ਲੱਗੀ ਧੁੱਪ ਤੱਤੀ। ਸਿੱਖ ਇਹੋ ਜਿਹਾ ਨਹੀਂ ਸੀ। ਸਿੱਖੀ ਜਦੋਂ ਸਾਡੇ ਪੁਰਖਿਆਂ ਨੇ ਸਾਨੂੰ ਸਿਖਾਈ ਸੀ ਤੇ ਉਹਨਾਂ ਨੇ ਸਾਨੂੰ ਇਹ ਸਿਖਾਇਆ ਸੀ ਕਿ ਅਸੀਂ ਮਤਲਬ ਆਪਣੇ ਕਮਜ਼ੋਰੀਆਂ ਤੇ ਕਾਬੂ ਕਿਵੇਂ ਪਾਉਣਾ ਹੈ, ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੈ। ਜਿਹੜਾ ਅਸਲ ਨੇ ਇਹਨੂੰ ਆਤਮ ਚਿੰਤਨ ਕਹਿੰਦੇ ਹਾਂ। ਅਸੀਂ ਆਤਮ ਚਿੰਤਨ ਤੇ ਅਸੀਂ ਕਰਨਾ ਛੱਡ ਦਿੱਤਾ ਹੈ, ਅਸੀਂ ਆਪਣੇ ਆਪ ਨੂੰ ਸੰਭਾਲਣਾ ਛੱਡ ਦਿੱਤਾ ਹੈ। ਜਦੋਂ ਆਪਣੇ ਆਪ ਨੂੰ ਸੰਭਾਲਣਾ ਛੱਡ ਦਿੱਤਾ ਤੇ ਜਿਹੜਾ ਮਤਲਬ ਜੜਹੀਨ ਹੋਇਆ ਬੰਦਾ ਹੈ, ਜਿਹੜਾ ਕਿਸੇ ਚੀਜ਼ ਨਾਲ ਜੁੜਿਆ ਨਹੀਂ, ਉਹਨੂੰ ਜਿਹੜਾ ਮਰਜ਼ੀ ਵਰਗ ਲਾ ਕੇ ਲੈ ਜੇ। ਮਤਲਬ ਅਸੀਂ ਅਜੇ ਤੱਕ ਸਾਰੀ ਪ੍ਰਕਿਰਿਆ 'ਚ ਮੈਨੂੰ ਨਹੀਂ ਲੱਗਦਾ ਕਿ ਕ੍ਰਿਸਚੀਅਨਟੀ ਨੇ ਸਾਡਾ ਉਹੋ ਜਿਹਾ ਨੁਕਸਾਨ ਕੀਤਾ ਹੋਵੇ ਜਿਹੋ ਜਿਹਾ ਆਪਣਾ ਨੁਕਸਾਨ ਅਸੀਂ ਆਪ ਕਰ ਚੁੱਕੇ ਹਾਂ, ਜਿਹੋ ਜਿਹਾ ਆਪਣਾ ਨੁਕਸਾਨ ਅਸੀਂ ਆਪ ਕਰ ਰਹੇ ਹਾਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕ੍ਰਿਸਚੀਅਨਟੀ ਦੇ ਹਵਾਲੇ ਨਾਲ ਤੇ ਅਸੀਂ ਪੰਜਾਬ 'ਚ ਬਹੁਤ ਖਤਰਾ ਹੋਇਆ ਹੈ ਤੇ ਮਤਲਬ ਜਦੋਂ ਮਤਲਬ ਸੁਖਬੀਰ ਸਿੰਘ ਹੋਣੀ ਮੰਦਿਰ 'ਚ ਜਾਂਦੇ ਨੇ ਉਦੋਂ ਕੋਈ ਖਤਰਾ ਨਹੀਂ, ਉਹਨੂੰ ਉਹਦੇ ਬਾਰੇ ਅਕਾਲ ਤਖਤ ਨੂੰ ਕੋਈ ਚੇਤਾ ਨਹੀਂ ਹੈ ਵੀ ਉਹਦੇ ਨਾਲ ਧਰਮ ਨੂੰ ਕੀ ਫਰਕ ਪੈਂਦਾ। ਮੈਨੂੰ ਇੱਕ ਨਹੀਂ ਸਮਝ ਆਉਂਦੀ ਕਿ ਉਹ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹ ਦੱਸ ਰਹੇ ਨੇ, ਉਹਨਾਂ ਦੇ ਅੰਧ ਭਗਤ ਜਿਹੜੇ ਸੁਖਬੀਰ ਦੇ, ਦੇਖੋ ਇਸ ਵੇਲੇ ਸਿਆਸਤ ਦਾ ਇੱਕ ਨਵਾਂ ਸੈਗਮੈਂਟ ਖੜਾ ਹੋ ਗਿਆ ਅੰਧ ਭਗਤਾਂ ਦਾ, ਜੋ ਮਤਲਬ ਆਪ ਵਿੱਚ ਦੇ ਅੰਧ ਭਗਤ, ਭਾਜਪਾ ਦੇ ਅੰਧ ਭਗਤ, ਅਕਾਲੀ ਦਲ ਦੇ ਅੰਧ ਭਗਤ ਤੇ ਮਤਲਬ ਕਾਂਗਰਸ ਲੜ ਰਹੀ ਹੈ ਵੀ ਅੰਧ ਭਗਤਾਂ ਨੂੰ ਕੀ ਹੋ ਗਿਆ। ਅੰਧ ਭਗਤੋਂ ਕੁਛ ਤਾਂ ਸੋਚੋ। ਮਤਲਬ ਕਾਂਗਰਸ ਦੇ ਜਿਹੜੇ ਨੇ ਉਹਨਾਂ ਦੇ ਅੰਧ ਭਗਤਾਂ ਦੀ ਜਿਹੜੀ ਹੈ ਨਾ ਉਹ ਰਸਤਾ ਖੁੱਲ ਗਿਆ। ਚਲੋ ਐਨੀ ਹਾਓ, ਮੈਂ ਉਹਦੇ ਵੱਲ ਨਹੀਂ ਜਾਂਦਾ। ਮੈਂ ਇਹ ਸਮਝਾਂ ਕਿ ਜਿਹੜੇ ਅੰਧ ਭਗਤ ਨੇ ਉਹ ਇਹ ਕਹਿ ਰਹੇ ਨੇ ਵੀ ਗੁਰੂ ਨਾਨਕ ਨੇ ਸਾਰੇ ਧਰਮ ਇੱਕੋ ਜਿਹੇ ਸਮਝੇ ਸੀ ਜੀ, ਤੇ ਸੁਖਬੀਰ ਕਿਉਂ ਨਾ ਸਾਰੇ, ਤੁਸੀਂ ਵੀ ਉਦੋਂ ਕਿਹਾ ਸੀਗਾ ਮਤਲਬ ਵੀ ਇਹ ਅਸੀਂ ਸੁਖਬੀਰ ਨੂੰ ਕਿਉਂ ਟੋਕੀ, ਆਪਾਂ ਅੱਗੇ ਗੱਲ ਹੋਈ ਸੀ। ਮੈਂ ਉਹਦੇ 'ਚ ਗੱਲ ਇਹ ਕਹਿਣਾ ਚਾਹੁੰਦਾ, ਜਿਹੜੀ ਮੈਂ ਗੱਲ ਬਸ ਇਹ ਗੱਲ ਕਹਿ ਰਿਹਾ, ਉਹ ਇਹ ਕਹਿ ਰਿਹਾ ਕਿ ਭਾਈ ਸਾਨੂੰ ਅਸੀਂ ਤੇ ਜੇ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਲੈਣਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਤੇ ਸੋਚ ਹੀ ਇੱਥੋਂ ਸ਼ੁਰੂ ਕੀਤੀ ਸੀ ਵੀ ਤੁਸੀਂ ਮਤਲਬ ਸਿੱਖ ਹੋਏ ਬਿਨਾਂ ਵੀ ਸਿੱਖ ਹੋ ਸਕਦੇ ਹੋ। ਜਿਹੜੀ ਗੱਲ ਤੁਸੀਂ ਡਰਦੇ ਸੀ ਨਾ ਵੀ ਮੈਨੂੰ ਪੁੱਛਣਗੇ,
ਉਹ ਭਾਈ ਸਿੱਖ ਤੇ ਉਹ ਅਜਲਾ ਆਪਣੇ ਨੂੰ ਸਿੱਖ ਕਹਿੰਦਾ। ਤੇ ਗੁਰੂ ਨਾਨਕ ਨੇ ਇਹ ਗੱਲ ਜਿਹੜੀ ਹੈ ਮਰਦਾਨੇ ਤੋਂ ਸ਼ੁਰੂ ਕਰ ਲਈ ਸੀ। ਮਰਦਾਨੇ ਨੂੰ ਤਾਂ ਸਾਰੀ ਉਮਰ ਉਹਨਾਂ ਨੇ ਨਹੀਂ ਕਿਹਾ ਵੀ ਤੂੰ ਸਿੱਖ ਮੇਰਾ ਸਿੱਖ ਹੋ ਜਾ, ਮਤਲਬ ਕੋਈ ਗੱਲ ਨਹੀਂ ਹੈ। ਹੁਣ ਅਸੀਂ ਮਤਲਬ ਜਦੋਂ ਬਿਆਨ ਦੇਣ ਲੱਗਦੇ ਹਾਂ ਉਦੋਂ ਧਿਆਨ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਇਸ ਯੁੱਗ ਵਿੱਚ ਐਂਟਰ ਕਰ ਗਏ ਹਾਂ ਤੇ ਇੱਥੇ ਆ ਕੇ ਸਾਡੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨਵੇਂ ਢੰਗ ਨਾਲ ਹੋ ਗਈਆਂ ਨੇ ਤੇ ਉਹਦੇ ਮੁਤਾਬਕ ਸਾਨੂੰ ਢਲਣਾ ਪੈਣਾ, ਉਹਦੇ ਮੁਤਾਬਕ ਸਾਨੂੰ ਤਿਆਰ ਹੋਣਾ ਪੈਣਾ। ਅਸੀਂ ਤਿਆਰ ਹੋਣ ਦੀ ਥਾਂ ਤੇ ਉਹਨਾਂ ਨੂੰ ਇਹ ਕਹਿ ਰਹੇ ਹਾਂ ਵੀ ਤੁਸੀਂ ਜੋ ਅਸੀਂ ਕਹਿੰਦੇ ਉਹ ਕਰੀ ਜਾਓ। ਮਤਲਬ ਤੁਸੀਂ ਸੋਚੋ ਇਹ ਕਿ ਮੈਂ ਇਹ ਕਹਿਣਾ ਕਿ ਪਿਛਲੇ ਜਿੱਦਣ ਦਾ ਮਤਲਬ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਮੋਡ 'ਚ ਆਏ ਨੇ ਉਦਣ ਤੋਂ ਅਕਾਲ ਤਖਤ ਦੀਆਂ ਗਤੀਵਿਧੀਆਂ ਵੱਧ ਗਈਆਂ ਨੇ। ਕਨਕਲੇਵ ਹੋ ਰਿਹਾ ਤਲਵੰਡੀ ਸਾਬੋ, ਉਸ ਕਨਕਲੇਵ ਵਿੱਚ ਮੈਂ ਨਹੀਂ ਇਨਵਾਈਟਡ, ਮੈਨੂੰ ਨਹੀਂ ਕਿਸੇ ਨੇ ਕਿਹਾ ਵੀ ਆ ਜਾ। ਜੇ ਤੁਸੀਂ ਅੰਦਾਜ਼ਾ ਲਾਓ ਨਾ ਵੀ ਉੱਥੇ ਬੰਦੇ ਇਕੱਠੇ ਹੋ ਰਹੇ ਨੇ ਤੇ ਮੈਨੂੰ ਨਹੀਂ ਕਿਹਾ। ਉਹ ਕਹਿਣਗੇ ਵੀ ਅਕਾਲ ਤਖਤ ਦੇ ਜਥੇਦਾਰ ਨੇ ਸੱਦਿਆ ਸੀ ਤੇ ਓਪਨ ਇਨਵੀਟੇਸ਼ਨ ਸੀ, ਪਰ ਬੰਦਿਆਂ ਨੂੰ ਕਹਿ ਕੇ ਉਹਨਾਂ ਨੂੰ ਗੱਡੀ ਭਜਵਾ ਕੇ ਉਹਨਾਂ ਨੂੰ ਪ੍ਰੇਰ ਕੇ ਉੱਥੇ ਸ਼ਾਮਲ ਕਰਵਾਇਆ ਗਿਆ, ਪਰ ਮੈਨੂੰ ਕਿਸੇ ਨੇ ਨਹੀਂ ਕਿਹਾ। ਜੇ ਨਹੀਂ ਕਿਹਾ ਕਿਸੇ ਨੇ ਤੇ ਮੈਨੂੰ ਇਹ ਸਮਝ ਲੈਣਾ ਚਾਹੀਦਾ ਨਾ ਵੀ ਉਹ ਜਿਹੜੀ ਹੈ ਇਹਦਾ ਮਤਲਬ ਇਹ ਹੈ ਕਿ ਇੱਕ ਸੋਚ ਵਾਲੇ ਬੰਦੇ ਜਿਹੜੇ ਨੇ, ਇੱਕ ਡਾਇਰੈਕਸ਼ਨ 'ਚ ਬੰਦੇ ਜਿਹੜੇ ਨੇ ਉਹ ਅਸਲ ਵਿੱਚ ਅਕਾਲੀ ਦਲ ਦੀ ਜਿਹੜੀ ਪੰਥਕ ਮਾਨਿਅਤਾ ਹੈ, ਪੰਥਕ ਸਾਖ ਹੈ, ਉਹਨੂੰ ਬਹਾਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਸ਼੍ਰੋਮਣੀ ਕਮੇਟੀ ਨੇ ਕਰਤਾ, ਜਿਹੜੀ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਮੁਹਿੰਮ ਚਲਾ ਲਈ ਹੈ। ਉਹ ਕਹਿੰਦੇ ਨੇ ਵੀ ਅਸੀਂ ਪਿੰਡਾਂ 'ਚ ਜਾਵਾਂਗੇ, ਅਸੀਂ ਬੰਦੇ ਨੂੰ ਮਿਲਾਂਗੇ, ਅਸੀਂ ਦਰਵਾਜ਼ੇ ਖੜਕਾਵਾਂਗੇ, ਅਸੀਂ ਉਹਨਾਂ ਨੂੰ ਦੱਸਾਂਗੇ ਤੁਸੀਂ ਗੁਰੂ ਵਾਲੇ ਹੋ, ਅਸੀਂ ਹਫ਼ਤੇ 'ਚ ਇੱਕ ਦਿਨ ਉੱਥੇ ਮਤਲਬ ਪ੍ਰਚਾਰ ਵੀ ਕਰਾਂਗੇ। ਸਾਰੀ ਜਿਹੜੀ ਮਸ਼ੀਨਰੀ ਆ ਉਹਨਾਂ ਦੀ ਪਹਿਲਾਂ ਵੀ ਉਹ ਅਕਾਲੀ ਦਲ ਦੇ ਵਰਕਰ ਸਨ ਤੇ ਹੁਣ ਤੋਂ ਪੱਕੇ ਤੌਰ ਤੇ ਉਸ ਪਾਸੇ ਨੂੰ ਤੁਰ ਪਏ ਨੇ ਬਿਨਾਂ ਨਾਂ ਲਾਏ ਤੋਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਸ ਯੁੱਗ ਵਿੱਚ ਜਿਹੜਾ ਤੁਸੀਂ ਮਤਲਬ ਜਿਹੜੀ ਗੱਲ ਕਰਦੇ ਹੋ ਉਹਦੀ ਇੱਕੋ ਹੀ ਉਹੀ ਇੰਟਰਪ੍ਰੀਟੇਸ਼ਨ ਹੋਵੇ ਜਿਹੜੀ ਤੁਸੀਂ ਚਾਹੁੰਦੇ ਹੋ। ਇਹ ਤੇ ਮੋਦੀ ਦੀ ਨਹੀਂ ਹੋ ਸਕੀ। ਮੋਦੀ ਇਹੀ ਕਹਿੰਦਾ ਨਾ ਕਿ ਜੋ ਮੈਂ ਕਹਿਣਾ ਠੀਕ ਹੈ, ਮੇਰੇ ਤੋਂ ਪਹਿਲਾਂ ਕਿਸੇ ਨੇ ਕੀਤਾ ਹੀ ਨਹੀਂ। ਹਿੰਦੁਸਤਾਨ ਸੁੱਤਾ ਪਿਆ ਸੀ, ਮੈਂ ਆਇਆ ਤੇ ਜਾਗਿਆ। ਹਿੰਦੁਸਤਾਨ ਤੇ ਮਤਲਬ ਤਬਾਹ ਹੋ ਚੱਲਿਆ ਸੀ, ਮੈਂ ਆਇਆ ਤੇ ਬਚਿਆ। ਮੇਰੇ ਤੋਂ ਪਹਿਲਾਂ ਸਾਰੇ ਬੰਦਿਆਂ ਨੇ ਜਿਹੜੇ ਕੀਤੇ ਉਸ ਤੇ ਮਖੌਲ ਕੀਤੇ ਨੇ। ਮਤਲਬ ਸੰਪਤ ਸਰਲ ਜਿਹੜਾ ਉਸ ਤੇ ਮਖੌਲ ਕਰਦਾ, ਜਿਹੜੇ ਜਿਹੋ ਜਿਹੇ ਫਿਕਰੇ ਕੱਸਦੇ ਨੇ ਮਜ਼ਾਹੀਆ ਲੋਕ, ਉਹ ਮਤਲਬ ਸੋਸ਼ਲ ਮੀਡੀਆ ਤੇ ਗਏ ਹੋਏ ਨੇ ਔਰ ਉਹਦਾ ਵਰਲਡ ਓਵਰ ਜਿਹੜਾ ਨੋਟਿਸ ਵੀ ਲਿਆ ਜਾ ਰਿਹਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਿੱਖ ਧਰਮ ਨੂੰ ਬਾਹਰੋਂ ਕਦੇ ਖਤਰਾ ਨਹੀਂ ਹੋਇਆ, ਕਿਉਂਕਿ ਸਿੱਖਾਂ ਨੂੰ ਬਾਹਰ ਨਾਲ ਲੜਨਾ ਤੇ ਆਉਂਦਾ ਹੈ। ਸਿੱਖਾਂ ਨੂੰ ਖਤਰਾ ਅੰਦਰੋਂ ਹੁੰਦਾ ਹੈ ਕਿਉਂਕਿ ਉਹਨੂੰ ਅੰਦਰ ਲੜਨ ਦੀ ਜਾਂਚ ਨਹੀਂ ਆਈ। ਹਾਲਾਂਕਿ ਗੁਰੂ ਸਾਹਿਬ ਨੇ ਕਿਹਾ ਸੀ, ਚਲੋ ਮਤਲਬ ਗੁਰੂ ਪੰਚਮ ਪਾਤਸ਼ਾਹ ਹਜ਼ੂਰ ਦਾ ਇੱਕ ਸ਼ਬਦ ਹੈ, ਹਾਂ ਗੁਸਾਈ ਕਾ ਪਹਿਲਵਾਨੜਾ, ਉਹਦੇ ਵਿੱਚ ਉਹ ਕਹਿੰਦੇ ਨੇ ਵੀ ਤੂੰ ਛਿੰਝ ਵਿੱਚ ਉਤਰਿਆ ਪਹਿਲਵਾਨ ਵਾਂਗੂ ਤੇ ਹੁਣ ਤੈਨੂੰ ਪੰਜਾਂ ਵਿਕਾਰਾਂ ਨਾਲ ਘੁਲਣਾ ਪੈਣਾ ਹੈ ਜੀ। ਇਹ ਤੇ ਪੰਜਾਂ ਵਿਕਾਰਾਂ ਤੋਂ ਭੱਜਣ ਦੀ ਗੱਲ ਤੇ ਧਰਮ ਕਰਦਾ ਰਿਹਾ। ਸਿੱਖ ਧਰਮ ਨੇ ਪੰਜਾਂ ਵਿਕਾਰਾਂ ਨਾਲ ਘੁਲਣ ਦੀ ਗੱਲ ਕੀਤੀ, ਉਹਨਾਂ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਕੀਤੀ ਹੈ। ਇਹਨਾਂ ਵਿਕਾਰਾਂ ਨੂੰ ਕੁਦਰਤੀ ਦਾਤ ਸਮਝ ਕੇ ਵਰਤਣ ਦੀ ਗੱਲ ਕੀਤੀ ਹੈ। ਉਹਨਾਂ ਵਿੱਚ ਸਹਿਜ ਸਥਾਪਿਤ ਕਰਨ ਦੀ ਗੱਲ ਕੀਤੀ ਹੈ। ਉਹ ਕਿੱਥੇ ਹੈ? ਅਸੀਂ ਉਹਨਾਂ ਨੂੰ ਕਹੀ ਜਾਂਦੇ ਵੀ ਨਾ ਆਹ ਛੱਡ ਦਿਓ, ਫੜ ਲਓ। ਛੱਡਣ ਔਰ ਫੜਨ ਵਾਂਗੂ ਡੂਜ਼ ਐਂਡ ਡੋਂਟਸ ਇਹ ਸਿੱਖ ਧਰਮ 'ਚ ਹੈ ਹੀ ਨਹੀਂ ਗੇ। ਮੈਂ ਪ੍ਰੋਫੈਸਰ ਸਾਹਿਬ ਤੁਸੀਂ ਗੱਲ ਨੂੰ ਬਹੁਤ ਸਹਿਜ ਤਰੀਕੇ ਨਾਲ ਗੰਭੀਰ ਅਵਸਥਾ 'ਚ ਲੈਂਦਾ। ਮੈਂ ਸੱਚੀਓ ਇੱਥੋਂ ਤੱਕ ਜਾਣ ਦੀ ਗੱਲ ਨਹੀਂ ਸੀ ਕਰ ਰਿਹਾ, ਲੇਕਿਨ ਤੁਸੀਂ ਬਹੁਤ ਬਿਹਤਰ ਇਸ ਵਿਸ਼ੇ ਨੂੰ ਐਡਰੈਸ ਕਰ ਲਿਆ। ਪਰ ਇਹਦੇ 'ਚ ਇੱਕ ਲੋਕ ਸਵਾਲ ਕਰਨਗੇ, ਸਾਡੀ ਆਲੋਚਨਾ ਹੋਊਗੀ ਕਿ ਜੇ ਉਹ ਤੁਰੀ ਪਏ, ਮੰਨ ਲਓ ਸ਼੍ਰੋਮਣੀ ਕਮੇਟੀ ਨੇ ਇਹ ਘਰ ਘਰ ਅੰਦਰ ਧਰਮਸਾਲ ਜਾਂ ਕੋਈ ਇਸ ਤਰ੍ਹਾਂ ਦੀ ਮੁਹਿੰਮ ਆਰੰਭ ਹੀ ਦਿੱਤੀ ਹੈ, ਤਾਂ ਤੁਹਾਡੇ ਢਿੱਡ 'ਚ ਕਿਉਂ ਪੀੜ ਹੁੰਦੀ ਆ? ਜੇ ਦੇਰ ਨਾਲ ਆਏ ਚਲੋ ਦਰੁਸਤ ਤਾਂ ਆਏ, ਜੇ ਕਰਦੇ ਤਾਂ ਕਰਨ ਦਿਓ, ਤੁਹਾਡਾ ਕੀ ਜਾਂਦਾ? ਦੂਜਾ ਪਹਿਲੂ ਇਹ ਇੱਕ ਸਵਾਲ ਹੈ। ਦੂਜਾ ਪਹਿਲੂ ਇਹ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਵੀ ਜਦੋਂ ਉਹ ਮੋਹਨ ਭਾਗਵਤ ਤੇ ਇੱਕ ਗੱਲ ਟਿੱਪਣੀ ਕਰਦੇ ਆ ਤੇ ਇਹ ਜਿਹੜੀਆਂ ਗੱਲਾਂ ਹੁਣ ਉਹਨਾਂ ਦੀ ਸਟੇਟਮੈਂਟ, ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਅਸੀਂ ਦੂਜੇ ਦੀ ਸਮਰੱਥਾ ਨੂੰ ਮੰਨ ਰਹੇ ਹਾਂ ਕਿ ਸਾਡੇ ਨਾਲੋਂ ਜ਼ਿਆਦਾ ਉਹ ਪ੍ਰਭਾਵੀ ਨੇ, ਸਾਡੇ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਆ, ਉਦੋਂ ਅਸੀਂ ਇਹ ਆਪਣੀ ਖਾਮੀ ਐਡਮਿਟ ਵੀ ਕਰ ਰਹੇ ਹਾਂ ਕਿ ਸਿੰਘ ਸਾਹਿਬਾਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਦੀ ਕੋਈ ਲੋੜ ਆ? ਕੌਮ ਦੇ ਸਰਪ੍ਰਸਤ ਸਰਬਰਾਹ ਤੇ ਕੌਮ ਦੀ ਅਗਵਾਈ ਕਰਨ ਵਾਲੇ ਵਿਅਕਤੀ ਵਿਸ਼ੇਸ਼ ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਗੱਲ ਕਰਦੇ ਆ ਤੇ ਉਹਨਾਂ ਦੀ ਗੱਲ ਦੇ ਹਰ ਇੱਕ ਦਾ ਨੋਟਿਸ ਲਿਆ ਜਾਣਾ ਚਾਹੀਦਾ। ਸੋ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ 'ਚ ਉਲਝਣਾ ਚਾਹੀਦਾ। ਤੁਹਾਨੂੰ ਕੀ ਲੱਗਦਾ? ਮੈਂ ਦੇਖੋ, ਪਹਿਲੀ ਗੱਲ ਤੇ ਜਿਹੜੀ ਸੀ ਢਿੱਡ 'ਚ ਪੀੜ ਹੋਣ ਵਾਲੀ ਗੱਲ ਕਹੀ ਹੈ, ਕਿਸੇ ਤੇ ਨਹੀਂ ਹੋ ਰਹੀ। ਅਸੀਂ ਵੀ ਤੁਸੀਂ ਮਤਲਬ ਇਸ਼ੂ ਛਿੜਿਆ ਹੈ ਤੇ ਆਪਾਂ ਗੱਲ ਕਰ ਰਹੇ ਹਾਂ, ਕੋਈ ਮੁਹਿੰਮ ਨਹੀਂ ਚਲਾ ਰਹੇ। ਇਹ ਕੋਈ ਸਾਡਾ ਮਤਲਬ ਅਸੀਂ ਕੋਈ ਲਹਿਰ ਨਹੀਂ ਚਲਾ ਰਹੇ। ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿ ਰਿਹਾ ਜਾਂ ਇਹਦੇ 'ਚੋਂ ਗੱਲ ਇਹ ਸਮਝਣੀ ਚਾਹੀਦੀ ਹੈ ਮੇਰੇ ਮੁਤਾਬਕ
ਵੀ ਜੋ ਕਰ ਰਹੇ ਨੇ, ਜਦੋਂ ਜਿਹਦੇ ਵਾਸਤੇ ਕੀਤਾ ਜਾ ਰਿਹਾ, ਜਿਹਨੂੰ ਨਾਲ ਲੈ ਕੇ ਕਰਨਾ ਹੈ, ਜੇ ਉਹਦੀ ਮਾਨਸਿਕਤਾ ਤਿਆਰ ਨਹੀਂ ਕੀਤੀ। ਸਿੱਖ ਧਰਮ ਵਿੱਚ ਘੜੀਏ ਸੁਰਤ ਮਤ ਮਨ ਬੁੱਧ, ਇਹ ਇੱਕ ਟੈਕਨੋਲੋਜੀ ਆ। ਉਹ ਟੈਕਨੋਲੋਜੀ ਦੇ ਵਿੱਚ ਅਸੀਂ ਮਾਨਸਿਕ ਤੌਰ ਤੇ ਕਿਸੇ ਨੂੰ ਤਿਆਰ ਨਹੀਂ ਕੀਤਾ। ਸੁੱਤੇ ਪਏ ਬੰਦੇ ਨੂੰ ਜਗਾ ਕੇ ਕਹਿ ਦਿੱਤਾ ਵੀ ਤੂੰ ਤਾਂ ਯਾਰ ਮਤਲਬ ਬਿਲਕੁਲ ਹੀ ਗਲਤ ਹੋ ਗਿਆ, ਤੈਨੂੰ ਮੈਂ ਠੀਕ ਕਰਨ ਆਇਆ। ਇਹ ਗੱਲ ਜਿਹੜੀ ਹੈ ਮੈਂ ਉਸ ਐਂਗਲ ਤੋਂ ਕਹਿ ਰਿਹਾ ਕਿ ਇਹਦੀ ਨਾ ਤੇ ਪ੍ਰੋਗਰਾਮਿੰਗ ਹੋਈ ਹੈ, ਨਾ ਕਿਤੇ ਇਹ ਵਿਚਾਰਿਆ ਗਿਆ ਹੈ, ਨਾ ਇਹਦਾ ਕੋਈ ਮਤਲਬ ਰੋਡ ਮੈਪ ਘੜਿਆ ਗਿਆ ਹੈ। ਇਹ ਤੇ ਹੈਪੈਜ਼ਡਲੀ ਇੱਕਦਮ ਸ਼ੁਰੂ ਹੋ ਗਿਆ ਤੇ ਉਹਦੇ ਤੋਂ ਮੈਨੂੰ ਲੱਗਿਆ ਵੀ ਇਹ ਕਿਸੇ ਜਿਹੜੀ ਤੱਦੀ ਚੋਂ ਸ਼ੁਰੂ ਹੋਇਆ। ਉਹ ਤੱਦੀ ਨੂੰ ਮੈਂ ਸਿਆਸਤ ਕਹਿ ਰਿਹਾ, ਉਹ ਤੱਦੀ ਨੂੰ ਮੈਂ ਸਿਆਸਤ ਕਹਿ ਰਿਹਾ ਕਿਉਂਕਿ ਮੈਨੂੰ ਅੰਦਰੋਂ ਪਤਾ ਹੈ, ਕਿਉਂਕਿ ਮੇਰਾ ਭਾਈਚਾਰਾ ਉਹ, ਮੈਂ ਉਹਨਾਂ ਦੇ ਨਾਲ ਰਹਿਣਾ ਸਾਰਾ ਦਿਨ। ਮੈਨੂੰ ਮਤਲਬ ਉਹ ਜਿਹੜੇ ਸਾਰੇ ਨੇ ਉਹਨਾਂ ਦੀ ਪ੍ਰਾਇਰਟੀ ਅਸੈਂਬਲੀ ਹੈ, ਉਹਨਾਂ ਦੀ ਪ੍ਰਾਇਰਟੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਨਹੀਂ ਹੈ ਉਹਨਾਂ ਦੀ ਪ੍ਰਾਇਰਟੀ। ਪਰ ਅਸੀਂ ਜੋ ਕੁਛ ਹੋ ਰਿਹਾ ਹੈ, ਫਰਜ਼ ਕਰੋ ਅਕਾਲੀ ਦਲ ਜੋ ਕਰ ਰਿਹਾ ਹੈ, ਉਹਦਾ ਜਵਾਬ ਦੇ ਤੇ ਅਕਾਲ ਤਖਤ ਨੂੰ ਹੋਣਾ ਪਏਗਾ, ਕਿਉਂਕਿ ਤੁਸੀਂ ਜਵਾਬ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹੋ। ਹੁਣ ਰਹੀ ਗੱਲ ਵੀ ਅਕਾਲ ਤਖਤ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਮੈਂ ਇਹਦੇ ਤੇ ਨਹੀਂ ਸਵਾਲ ਕਰਦਾ। ਮੈਂ ਸਮਝਦਾ ਕਿ ਜੇ ਮੈਨੂੰ ਕੋਈ ਪੁੱਛੇ ਤੇ ਮੈਂ ਕਹਾਂਗਾ ਅਕਾਲ ਤਖਤ ਨੂੰ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਸਾਡੀਆਂ ਸਾਰੀਆਂ ਅਲਾਮਤਾਂ ਸਿਆਸਤ ਦੇ, ਸਿੱਖ ਸਿਆਸਤ ਦੇ ਪੈਰੋਂ ਖੜੀਆਂ ਹੋਈਆਂ ਨੇ ਲਗਾਤਾਰ। ਰੰਧਾਵਾ ਸਾਹਿਬ ਲਗਾਤਾਰ, ਮੈਂ ਉਹਦੇ ਐਗਜ਼ਾਮਪਲ ਦੇ ਸਕਦਾ, ਹਵਾਲੇ ਦੇ ਸਕਦਾ ਕਿ ਲਗਾਤਾਰ ਸਿੱਖ ਸਿਆਸਤਦਾਨ ਜਿਹੜੇ ਵਫਕ ਰੰਗਾਂ ਦੇ ਨੇ ਉਹ ਅਕਾਲ ਤਖਤ ਨੂੰ ਆਪਣੇ ਹੱਕ ਵਿੱਚ ਤੇ ਦੂਜੇ ਦੇ ਵਿਰੁੱਧ ਵਰਤਣਾ ਚਾਹੁੰਦੇ ਨੇ। ਇਹ ਹੁੰਦਾ ਆ ਰਿਹਾ। ਜਦੋਂ ਪੈਰਲਲ ਜਥੇਦਾਰ ਬਣਦੇ ਨੇ ਉਹ ਵੀ ਇਸ ਕਰਕੇ ਬਣਦੇ ਨੇ ਵੀ ਜੇ ਸਾਨੂੰ ਤੁਸੀਂ ਨਹੀਂ ਵਰਤੇ ਜਾ ਰਹੇ ਤੇ ਅਸੀਂ ਆਪਣੀ ਵਰਤਣ ਵਾਸਤੇ ਇੱਕ ਅਦਾਰਾ ਖੜਾ ਕਰ ਲੈਂਦੇ ਹਾਂ। ਇਹ ਜਿਹੜੀ ਸਿਆਸਤ ਹੈ, ਉਹ ਸਿਆਸਤ ਨੇ ਕਿੰਨਾ ਨੁਕਸਾਨ ਕੀਤਾ ਇਹ ਅਲੱਗ ਮਸਲਾ ਹੈ। ਪਰ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਧਰਮ ਨੂੰ ਲੈ ਕੇ ਜੋ ਕਰ ਰਹੇ ਨੇ ਭਲਾ ਕਰਨ, ਪਰ ਉਹਨੂੰ ਕਰਦੇ ਵਕਤ ਇਹ ਭੁੱਲ ਜਾਣ ਕਿ ਇਹਦੇ ਨਾਲ ਕੋਈ ਮਤਲਬ ਅਕਾਲੀ ਦਲ ਨੂੰ ਫਾਇਦਾ ਹੋਣ ਵਾਲਾ ਹੈ। ਅਕਾਲੀ ਦਲ ਹੁਣ ਦੇਖੋ, ਮੈਂ ਇਹ ਗੱਲ ਮੰਨਦਾ, ਹੁਣ ਇੱਥੇ ਇੱਕ ਟਿੱਪਣੀ ਕਰਨੀ ਪਏਗੀ ਤੁਹਾਨੂੰ, ਮੈਂ ਤੁਹਾਡੀ ਆਡੀਅנס ਸਾਂਝਾ ਕਰਨਾ ਚਾਹੇਗਾ ਕਿ 3 ਧਿਰਾਂ ਨੇ ਸਾਡੇ ਕੋਲ ਸਿੱਖਾਂ ਦੀਆਂ ਜਿਨ੍ਹਾਂ ਨੂੰ ਲੈ ਕੇ ਅਸੀਂ ਟਿੱਪਣੀ ਕਰ ਰਹੇ ਹਾਂ, ਜਿਨ੍ਹਾਂ ਨੂੰ ਲੈ ਕੇ ਤੁਸੀਂ ਮਾਫੀ ਵਾਂਗੂ ਗੱਲ ਕਰ ਰਹੇ ਸੀ ਵੀ ਮੈਂ ਤੇ ਯਾਰ ਮੈਨੂੰ ਤੇ ਸਵਾਲ ਕਰ ਸਕਦੇ ਨੇ। ਉਹ 3 ਧਿਰਾਂ ਜਿਹੜੀਆਂ ਨੇ ਉਹ 'ਚ ਇੱਕ ਤਾਂ ਅਕਾਲੀ ਦਲ ਹੈ ਕਿਸੇ ਵੀ ਰੰਗ ਦਾ, ਇੱਕ ਸ਼੍ਰੋਮਣੀ ਕਮੇਟੀ ਹੈ ਤੇ ਦਿੱਲੀ ਕਮੇਟੀ ਹੈ, ਤੇ ਤੀਜਾ ਹੈ ਅਕਾਲ ਤਖਤ ਦਾ ਜਥੇਦਾਰ। ਇਹ ਤਿੰਨੇ ਸਾਡੀਆਂ ਸੰਸਥਾਵਾਂ ਨੇ। ਹੁਣ ਇਹ ਤਿੰਨੇ ਹੀ ਜਿਸ ਤਰ੍ਹਾਂ ਵਿਚਰ ਰਹੀਆਂ ਨੇ ਇਹ ਇੱਕ ਦੂਜੇ ਨੂੰ ਫੇਲ ਕਰ ਰਹੀਆਂ ਨੇ। ਅਸੀਂ ਕਹਿੰਦੇ ਹਾਂ ਵੀ ਸਾਨੂੰ ਕ੍ਰਿਸਚੀਅਨਿਟੀ ਖਰਾਬ ਕਰ ਰਹੀ ਹੈ, ਅਸੀਂ ਕਹਿੰਦੇ ਹਾਂ ਸਾਨੂੰ RSS ਖਰਾਬ ਕਰ ਰਹੀ ਹੈ। ਮੈਂ ਕਹਿੰਦਾ ਕਿ ਅਸੀਂ ਇੱਕ ਦੂਜੇ ਨੂੰ ਖਿਲਾਫ ਕਰ ਰਹੇ ਹਾਂ। ਵਾਰ-ਵਾਰ ਮੈਂ ਇਹ ਗੱਲ ਰਿਪੀਟ ਕਰ ਰਿਹਾ ਕਿ ਅਕਾਲੀ ਦਲ ਜਿਹੜਾ ਹੈ ਉਹ ਸਿਆਸੀ ਪਾਰਟੀ ਹੈ ਤੇ ਉਹਦੇ ਧਾਰਮਿਕ ਪਾਰਟੀ ਜਿਹੜੀ ਹੈ ਸਾਡਾ ਅਦਾਰਾ ਜਿਹੜਾ ਸੰਸਥਾ ਸਾਡੀ ਸ਼੍ਰੋਮਣੀ ਕਮੇਟੀ ਉਹ ਉਹਦੇ ਵਾਂਗੂ ਨਹੀਂ ਚੱਲ ਸਕਦਾ, ਉਹਨੂੰ ਦੇਸ਼ ਦੇ ਵਿਧਾਨ ਮੁਤਾਬਕ ਚੱਲਣਾ ਪਏਗਾ। ਪਰ ਸ਼੍ਰੋਮਣੀ ਕਮੇਟੀ ਦਾ ਵਿਧਾਨ ਜਿਹੜਾ ਦੇਸ਼ ਦੇ ਅੰਤਰਗਤ ਬਣੀ ਹੋਣ ਦੇ ਬਾਵਜੂਦ ਆਪਣਾ ਹੈ, ਉਹਦਾ ਇੱਕ ਪੰਥਕ ਵਿਧਾਨ ਹੈ, ਉਹਦੀ ਸੁਪਰੀਮ ਅਥਾਰਟੀ ਅਕਾਲ ਤਖਤ ਹੈ। ਤੇ ਜਿਹੜਾ ਸਿਆਸਤਦਾਨ ਹੈ ਉਹ ਨਾ ਸ਼੍ਰੋਮਣੀ ਕਮੇਟੀ ਨੂੰ ਚੱਲਣ ਦਿੰਦਾ ਤੇ ਨਾ ਉਹਨੂੰ ਚੱਲਣ ਦਿੰਦਾ, ਕਿਉਂਕਿ ਸ਼੍ਰੋਮਣੀ ਕਮੇਟੀ ਕਿਵੇਂ ਨਹੀਂ ਚੱਲਣ ਦਿੰਦਾ, ਉਹਦੇ ਬਾਰੇ ਤੇ ਮਤਲਬ ਪ੍ਰਧਾਨ ਜਿਹੜਾ ਹੈ ਉਹ ਜ਼ਮਾਨਤ ਤੇ ਹੈ। ਅਕਾਲ ਤਖਤ ਨੂੰ ਕਿਵੇਂ ਨਹੀਂ ਚੱਲਣ ਦਿੰਦਾ, ਇਹਦੀ ਮਿਸਾਲ ਇਹ ਹੈ ਕਿ ਜਦੋਂ ਮਤਲਬ ਸੁਖਵੀਰ ਸਿੰਘ ਉਹਨੇ ਦੇਵੀ ਜਾ ਕੇ ਦੇਵੀ ਪੂਜਨ ਕਰਦੇ ਨੇ, ਉਹਦੇ ਬਾਰੇ ਚ ਜਥੇਦਾਰ ਇਹ ਫੈਸਲਾ ਲਵੇ ਜਿਵੇਂ ਗੁਰਬਚਨ ਸਿੰਘ ਨੇ ਲਿਆ ਸੀ ਵੀ ਸਰਸੇ ਵਾਲਾ ਠੀਕ ਹੈ, ਜਿਵੇਂ ਸ਼੍ਰੋਮਣੀ ਕਮੇਟੀ ਲਿਆ ਸੀ ਵੀ 90,000 ਦੇ ਇਸ਼ਤਿਹਾਰ ਦੇ ਦਿੱਤੇ ਸੀ ਵੀ ਉਹ ਠੀਕ ਹੈ, ਅਸੀਂ ਉਹਨੂੰ ਬਰੀ ਕੀਤਾ, ਠੀਕ ਹੈ। ਇਹ ਕਰ ਲੈਣ ਇਹ ਜਥੇਦਾਰ ਕਹੇ ਇਹ ਵੀ ਸੁਖਵੀਰ ਸਿੰਘ ਦਾ ਹੱਕ ਉੱਥੇ ਜਾਣ ਦਾ, ਘੱਟੋ ਘੱਟ ਕਮਿਊਨਿਟੀ ਨੂੰ ਪਤਾ ਤਾਂ ਲੱਗੇ ਨਾ ਵੀ ਸਾਡੀ ਜਿਹੜੀ ਸੁਪਰੀਮ ਸੰਸਥਾ ਉਹ ਕੀ ਚਾਹੁੰਦੀ ਹੈ। ਪਰ ਉਹ ਤੇ ਚੁੱਪ ਨੇ, ਜਿੱਥੇ ਨਹੀਂ ਬੋਲਣਾ ਉੱਥੇ ਬੋਲ ਰਹੇ ਨੇ, ਜਿੱਥੇ ਬੋਲਣ ਦੀ ਲੋੜ ਹੈ ਉੱਥੇ ਚੁੱਪ ਨੇ। ਕੰਸਰਨ ਉਹਨਾਂ ਦਾ ਜਿਹੜਾ ਉਹ ਇਹਨਾਂ ਨਾਲ ਹੈ। ਮਤਲਬ ਜਥੇਦਾਰੀ ਸੰਸਥਾ ਜਿਹੜੀ ਸਾਡੀ ਹੈ ਉਹ ਤੁਹਾਨੂੰ ਨਹੀਂ ਉੱਥੇ ਬੁਲਾ ਸਕਦੀ ਜੀ, ਤੁਹਾਡੀ ਦਾੜੀ ਕੱਟੀ ਹੋਈ ਹੈ। ਉਹ ਦਾੜੀ ਰੰਗੇ ਵਾਲੇ ਨੂੰ ਜੇ ਬੁਲਾਏਗੀ ਤਾਂ ਉਹਨੂੰ ਕਹੇਗੀ, ਉਹਨੂੰ ਤਬਦੀਲ ਕਰੇਗੀ ਪਹਿਲਾਂ। ਉੱਥੇ ਜਿੰਨੇ ਪੇਸ਼ ਹੋਣਾ ਦਾੜੀ ਖੋਲ ਕੇ ਪੇਸ਼ ਹੋਣਾ ਹੈ। ਤੇ ਇੱਥੇ ਮਤਲਬ ਸਾਡਾ ਪ੍ਰਧਾਨ ਜਿਹੜਾ ਹੈ ਉੱਥੇ ਅੰਮ੍ਰਿਤਧਾਰੀ ਹੋਣਾ ਜਿਹੜਾ ਉਹ ਤੇ ਨਹੀਂ ਨਾ ਇੰਨਾ ਜ਼ਰੂਰੀ, ਸਿੱਖ ਹੋਣਾ ਜ਼ਰੂਰੀ ਹੈ ਵੀ ਉਹ ਕੇਸਾਧਾਰੀ ਹੋਣਾ ਚਾਹੀਦਾ ਹੈ। ਉਹਨੂੰ ਅਕਾਲ ਤਖਤ ਸੱਦ ਸਕਦਾ ਹੈ, ਹਰ ਇੱਕ ਨੂੰ ਸੱਦਾ, ਹਰ ਇੱਕ ਨੂੰ ਛੇਕ ਸਕਦਾ ਹੈ, ਜਿਹਨੂੰ ਮਰਜ਼ੀ ਛੇਕ ਦੇਵੇ ਉਹ ਇਹ ਕਰ ਸਕਦਾ। ਪਰ ਮੈਨੂੰ ਇਹ ਦੱਸਣ ਵੀ ਇਹੋ ਜਿਹੀਆਂ ਜਿਹੜੀਆਂ ਅਲਾਮਤਾਂ ਆਈਆਂ ਉਹਦੇ ਵਿੱਚ ਕਿਸੇ ਤੇ ਉਹਨਾਂ ਨੇ ਐਕਸ਼ਨ ਲਿਆ,
ਕਿਸੇ ਨੂੰ ਛੇਕਿਆ, ਕਿਸੇ ਨੂੰ ਕੁਛ ਕਿਹਾ ਨਹੀਂ, ਕੁਛ ਨਹੀਂ ਕਿਹਾ। ਸਿਰਫ ਇਹ ਹੈ ਕਿ ਮਤਲਬ ਬੈਠੇ ਬੈਠੇ, ਹਾਲਾਂਕਿ ਮਤਲਬ ਸਵਾਲ ਇੰਨੇ ਜ਼ਿਆਦਾ ਨੇ। ਮੈਂ ਇਹ ਸਮਝਦਾ ਹਾਂ ਕਿ ਅਕਾਲ ਤਖਤ ਦਾ ਜਥੇਦਾਰ ਸਾਡਾ ਮਤਲਬ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ, ਨੌਜਵਾਨ ਹੈ, ਔਰ ਮੈਂ ਉਹਦੀ ਬਹੁਤ ਇੱਜ਼ਤ ਕਰਦਾ ਇਸ ਗੱਲੋਂ, ਕਿਉਂਕਿ ਉਹ ਮੇਰੀ ਗੱਲ ਧਿਆਨ ਨਾਲ ਸੁਣ ਲੈਂਦਾ ਇਸ ਗੱਲ ਦੀ। ਪਰ ਉਹਦੀ ਵਰਕਿੰਗ ਜਿਹੜੀ ਹੈ ਨਾ, ਉਹ ਇੰਡੀਪੈਂਡੈਂਟ ਵਰਕਿੰਗ ਨਹੀਂ ਹੈ। ਮੈਨੂੰ ਬਜ਼ੁਰਗ ਦੇ ਤੌਰ ਤੇ ਲੱਗਦਾ ਹੈ ਵੀ ਇਹ ਮੁੰਡਾ ਜਿਹੜਾ ਮਤਲਬ ਅਕਾਲ ਤਖਤ ਦਾ ਜਥੇਦਾਰ ਸਾਹਿਬ ਨੇ, ਇਹਨਾਂ ਨੂੰ ਇਸ ਅਹੁਦੇ ਤੇ ਰਹਿੰਦੇ ਹੋਇਆਂ ਆਪਣੀ ਵਰਕਿੰਗ ਨੂੰ ਇੰਡੀਪੈਂਡੈਂਟ ਲੱਗਣ ਤੇ ਦੇਣਾ ਚਾਹੀਦਾ ਨਾ। ਜੇ ਉਹ ਨਹੀਂ ਲੱਗਦਾ, ਮੈਨੂੰ ਨਹੀਂ ਲੱਗਦਾ, ਤਾਂ ਮੇਰੇ ਨਾਲ ਗੱਲ ਹੋ ਸਕਦੀ ਹੈ, ਮੈਨੂੰ ਤਾਂ ਦੱਸਿਆ ਜਾ ਸਕਦਾ ਵੀ ਕਿਉਂ ਨਹੀਂ ਲੱਗਦਾ। ਮੈਂ ਉਹ ਸਾਰੀਆਂ ਗੱਲਾਂ ਜਿਹੜੀਆਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਮੈਂ ਐਗਜ਼ਾਮਪਲ ਨਹੀਂ ਦੇਣਾ ਚਾਹੁੰਦਾ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਖਤਰਾ ਸਾਨੂੰ ਇਹ ਈਸਾਈਆਂ ਤੋਂ ਨਹੀਂ ਹੈ, ਕਿਉਂਕਿ ਈਸਾਈਆਂ ਦੀ ਕੋਈ ਹੈਸੀਅਤ ਨਹੀਂ ਹੈ ਪੰਜਾਬ ਵਿੱਚ। ਈਸਾਈਆਂ ਦੀ ਜਿੱਥੇ ਹੈਸੀਅਤ ਹੈ ਉੱਥੇ ਉਹ ਸਿੱਖੀ ਦਾ ਨੁਕਸਾਨ ਨਹੀਂ ਕਰ ਰਹੇ। ਜੇ ਉਹਨਾਂ ਨੇ ਸਿੱਖੀ ਦਾ ਨੁਕਸਾਨ ਕਰਨਾ ਹੋਵੇ, ਉਹ ਇੰਗਲੈਂਡ 'ਚ ਕਰਨ, ਉਹ ਕੈਨੇਡਾ 'ਚ ਕਰਨ, ਜਿੱਥੇ ਉਹਨਾਂ ਨੂੰ ਰੋਕ ਨਹੀਂ ਸਕਦਾ, ਜਿੱਥੇ ਸਰਕਾਰਾਂ ਉਹਨਾਂ ਦੇ ਨਾਲ ਨੇ, ਉੱਥੇ ਕਰਨ, ਨਹੀਂ ਕਰ ਰਹੇ। ਪਰ ਅਸੀਂ, ਮੈਂ ਸਮਝਦਾ ਕਿ ਇਸ ਵੇਲੇ ਸਾਨੂੰ ਅਸਲ ਖਤਰਾ ਜਿਹੜਾ ਉਹ ਸਿੱਖ ਸਿਆਸਤਦਾਨ ਤੋਂ ਹੈ। ਸਿੱਖ ਸਿਆਸਤਦਾਨ ਨੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੇ ਰਾਹ ਰੋਕ ਦਿੱਤੇ ਨੇ। ਸਾਰੀਆਂ ਸੰਸਥਾਵਾਂ ਜਿਹੜੀਆਂ ਨੇ, ਅਸੀਂ ਮਤਲਬ ਸ਼੍ਰੋਮਣੀ ਸਾਡੀ ਉੱਥੇ ਹੈਗੀ ਆ ਦਿੱਲੀ ਕਮੇਟੀ, ਬਿਨਾਂ ਪ੍ਰਧਾਨ ਤੋਂ ਚੱਲੀ ਜਾਂਦੀ ਹੈ, ਕੋਈ ਜਥੇਦਾਰ ਨੇ ਐਕਸ਼ਨ ਨਹੀਂ ਲਿਆ ਉਹਤੇ। ਹਾਲਾਂਕਿ ਕੋਈ ਉਹ ਕਹਿੰਦੇ ਨੇ ਕਾਨੂੰਨ ਆਗਿਆ ਨਹੀਂ ਦਿੰਦਾ। ਕਿਉਂ ਕਾਨੂੰਨ ਆਗਿਆ ਨਹੀਂ ਦਿੰਦਾ? ਕਾਨੂੰਨ ਆਗਿਆ ਤੇ ਨਹੀਂ ਦਿੰਦਾ, ਸਰਸੇ ਨੂੰ ਨਹੀਂ ਦਿੰਦਾ। ਕਾਨੂੰਨ ਆਗਿਆ ਤੇ ਬਾਕੀ ਮੈਂਬਰਾਂ ਨੂੰ ਤੇ ਨਹੀਂ ਰੋਕਦਾ ਹੈ ਨਾ। ਜਥੇਦਾਰ ਵਿੱਚ ਬਹਿ ਕੇ ਉਹਨਾਂ ਦਾ ਫੈਸਲਾ ਕਿਉਂ ਨਹੀਂ ਕਰਾਉਂਦਾ ਵੀ ਜੋ ਹੈ ਉਹ ਤਾਂ ਸ਼ੁਰੂ ਕਰੋ। ਜੇ ਅਸੀਂ ਆਪਣੀ ਵਰਕਿੰਗ ਆਪ ਨਹੀਂ ਕਰਾਂਗੇ ਤੇ ਫਿਰ ਕਾਨੂੰਨ ਦੇ, ਜੇ ਤੁਸੀਂ ਆਪ ਹੀ ਚਲੇ ਜਾਓਗੇ ਕਾਨੂੰਨ ਕੋਲੋਂ, ਤੇ ਕਾਨੂੰਨ ਤੇ ਫਿਰ ਆਪਣੇ ਮੁਤਾਬਕ ਆਪਣਾ ਫੈਸਲਾ ਦੇਏਗਾ। ਬਿਲਕੁਲ ਜੀ ਜੀ ਜੀ। ਕੋਰਟਾਂ ਵਿੱਚੋਂ ਸਿੱਖਾਂ ਨੂੰ ਕਦੇ ਨਿਆਂ ਨਹੀਂ ਮਿਲ ਸਕਦਾ, ਕਿਉਂਕਿ ਇਸ ਕਰਕੇ ਵੀ ਸਰਕਾਰਾਂ ਨਹੀਂ ਚਾਹੁੰਦੀਆਂ, ਇਸ ਕਰਕੇ ਕਿ ਦੇਸ਼ ਦਾ ਕਾਨੂੰਨ ਜਿਹੜਾ ਹੈ ਉਹ ਧਰਮ ਨਿਰਪੱਖ ਹੈ, ਤੇ ਸਾਡੀਆਂ ਜਿਹੜੀਆਂ ਲੋੜਾਂ ਨੇ ਉਹ ਧਰਮ ਯੁਕਤ ਨੇ, ਉਹ ਪੰਥਕ ਨੇ। ਉਹ ਕਾਨੂੰਨ ਦੇ ਘੇਰੇ ਵਿੱਚ ਕਈ ਵਾਰ ਪਕੜੀਆਂ ਨਹੀਂ ਜਾਂਦੀਆਂ। ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਇੱਕ, ਜਿੰਨੇ ਮੁਕੱਦਮੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਲੋਕ ਹਾਰਦੇ ਨੇ, ਉਹਨਾਂ ਸਾਰਿਆਂ ਨੂੰ ਹਾਈ ਕੋਰਟ ਜਾ ਕੇ ਜ਼ਮਾਨਤ ਮਿਲ ਜਾਂਦੀ ਹੈ, ਸਟੇ ਮਿਲ ਜਾਂਦੀ ਹੈ, ਤੇ ਉਹ ਹਾਈ ਕੋਰਟ ਤੋਂ ਜਿੱਤ ਕੇ ਵਾਪਸ ਆ ਜਾਂਦੇ ਨੇ। ਕਿਉਂਕਿ ਜਦੋਂ ਜੁਡੀਸ਼ੀਅਲ ਕਮਿਸ਼ਨ ਫੈਸਲਾ ਕਰਦਾ ਤਾਂ ਪੰਥਕ ਮਰਿਆਦਾ ਮੁਤਾਬਕ ਕਰਦਾ, ਤੇ ਜਦੋਂ ਹਾਈ ਕੋਰਟ ਫੈਸਲਾ ਕਰਦੀ ਹੈ ਤਾਂ ਉਹ ਕਾਨੂੰਨ ਮੁਤਾਬਕ ਕਰਦੀ ਹੈ। ਪੰਥਕ ਕਾਨੂੰਨ ਤੇ ਜਿਹੜਾ ਦੇਸ਼ ਦਾ ਕਾਨੂੰਨ ਹੈ, ਇਹ ਟਕਰਾਓ ਵਿੱਚ ਨੇ। ਇਹਨਾਂ ਨੂੰ ਆਪਣਾ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ। ਜੇ ਅਸੀਂ ਆਪਣੀ ਸੰਸਥਾ ਨੂੰ ਇੰਡੀਪੈਂਡੈਂਟ ਨਹੀਂ ਰੱਖਾਂਗੇ, ਜੇ ਅਕਾਲ ਤਖਤ ਸੁਪਰੀਮੋ ਵਾਂਗੂ ਨਹੀਂ ਵਿਚਰੇਗਾ, ਜੇ ਅਕਾਲ ਤਖਤ ਜਿਹੜਾ ਹੈ ਉਹ ਸੰਸਥਾ ਜਿਹੜੀ ਹੈ ਅਕਾਲੀ ਦਲ ਦੀ ਮਤਲਬ ਮਰਜ਼ੀ ਨਾਲ ਚੱਲਣ ਲੱਗ ਪਵੇਗੀ, ਤੇ ਫਿਰ ਜਿਹੜੀ ਹੈ ਅਸੀਂ ਇਹੋ ਜਿਹੇ ਪੰਬਲ ਗੁੱਸੇ 'ਚ ਪਵਾਂਗੇ ਜਿੱਥੇ ਸਾਨੂੰ ਥਾਂ ਥਾਂ ਤੋਂ ਖਤਰਾ ਹੋ ਜਾਏਗਾ। ਸਿੱਖ ਨੂੰ ਬਿਲਕੁਲ ਕਦੇ ਕੋਈ ਖਤਰਾ ਸੀ ਨਹੀਂ, ਕਦੇ ਕੋਈ ਖਤਰਾ ਹੋ ਨਹੀਂ ਸਕਦਾ, ਕਿਉਂਕਿ ਉਹ ਆਪਣੇ ਆਪ ਵਿੱਚ ਪੱਕਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਉਹਨਾਂ ਮਤਲਬ ਹੈ ਨਾ, ਕਿਸਾਨ ਬੈਠਾ ਹੈ ਖੇਤੀ ਦਾ, ਕਿਸਾਨ ਦਾ ਕੀ ਹੈ, ਉਹਦੇ ਕੋਲ ਇੱਕ ਨਾਲ ਜ਼ਮੀਨ ਹੈ ਤਾਂ ਵੀ ਮਾਲਕ ਹੈ, ਉਹ ਮਾਲਕ ਵਾਂਗੂ ਹੀ ਉੱਥੇ ਬੈਠਾ ਹੈ, ਤੇ ਮਾਲਕ ਵਾਂਗੂ ਹੀ ਹਾਰ ਰਿਹਾ ਹੈ, ਤੇ ਮਾਲਕ ਵਾਂਗੂ ਹੀ ਲੜ ਰਿਹਾ ਹੈ। ਹੁਣ ਮਾਲਕ ਵਾਂਗੂ ਹਾਰਨਾ, ਮਾਲਕ ਵਾਂਗੂ ਲੜਨਾ ਇੱਕ ਇਹੋ ਜਿਹਾ ਮਸਲਾ ਹੈ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਕੌਮ ਦੇ, ਦੇਖੋ RSS ਹੈ, RSS ਦੀ ਕਾਮਯਾਬੀ ਕਾਹਦੀ ਹੈ? ਉਹਦਾ day 1 ਤੋਂ ਜਿੱਦਣ ਦੀ ਸੰਸਥਾ ਸ਼ੁਰੂ ਹੋਈ ਆ ਉਦੋਂ ਦਾ ਉਹਦਾ ਇੱਕ ਬੁੱਧੀਜੀਵੀ ਸੈੱਲ ਹੈ, ਐਕਸਪਰਟ ਨੇ ਲੋਕ, ਉਹ ਕਿਸੇ ਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਉਹ ਪ੍ਰਗਟ ਹੀ ਨਹੀਂ ਹੁੰਦੇ। ਉਹ ਸਿਰਫ ਆਪਣਾ ਇਹ ਕੰਮ ਕਰਦੇ ਨੇ ਕਿ ਪ੍ਰੋਗਰਾਮਿੰਗ ਕਰਦੇ ਨੇ, ਸਿਚੁਏਸ਼ਨ ਦੇ ਮੁਤਾਬਕ ਮਤਲਬ ਆਪਣਾ ਪ੍ਰੋਗਰਾਮ ਬਣਾਉਂਦੇ ਨੇ ਤੇ ਬਣਾ ਕੇ ਉਹਨਾਂ ਨੂੰ ਦੇ ਦੇਣ, ਉਹ ਲਾਗੂ ਕਰਦੇ ਨੇ। ਅੱਗੋਂ ਜਿਹੜਾ ਉਹਨਾਂ ਦਾ ਬੁੱਧੀਜੀਵੀ ਸੈੱਲ ਪ੍ਰੋਗਰਾਮ ਬਣਾਉਂਦਾ ਹੈ, ਉਹ RSS ਲਾਗੂ ਕਰਦੀ ਹੈ, ਤੇ RSS ਦੇ ਰਾਹੀਂ ਉਹ BJP ਕੋਲ ਜਾਂਦਾ ਹੈ, ਤੇ ਅੱਗੋਂ ਮਤਲਬ ਪ੍ਰਧਾਨ ਮੰਤਰੀ ਲਾਗੂ ਕਰ ਰਿਹਾ ਉਹਨੂੰ। ਇਸ ਵੇਲੇ ਸਾਡੇ ਕੋਲ ਇਹੋ ਜਿਹਾ ਦੱਸਣ ਨਾ, ਕਦੇ ਕੋਈ ਕਿਸੇ ਨੇ ਮੀਟਿੰਗ ਸੱਦੀ ਹੋਵੇ ਤੇ ਉਹਦੇ ਵਿੱਚ ਏਜੰਡਾ ਇਹ ਰੱਖਿਆ ਹੋਵੇ ਕਿ ਸਾਡਾ ਪ੍ਰੋਗਰਾਮ ਕੀ ਹੈ। ਸਾਡੀ ਤੇ ਜਿਹੜਾ ਉਹ ਮਤਲਬ ਕਾਮਰੇਡਾਂ ਬਾਰੇ ਇੱਕ ਮਾਹੌਲ ਚੱਲਿਆ ਸੀ, ਤੇ ਉਹਨਾਂ ਦੀ ਸੀਕ੍ਰੇਟ ਉਹ ਇੰਟਰੋਡਿਊਸ ਕਰਾ ਰਿਹਾ ਕਿ ਇਹ ਬੰਦਾ ਜਿਹੜਾ ਸੀਕ੍ਰੇਟ ਪੋਲਿਟ ਬਿਊਰੋ ਦਾ ਚੇਅਰਮੈਨ ਹੈ। ਫਿਰ ਭਾਈ ਸੀਕ੍ਰੇਟ ਪੋਲਿਟ ਬਿਊਰੋ ਕੀ ਰਹਿ ਗਈ ਉਹ ਜਿਹਦਾ ਚੇਅਰਮੈਨ ਤੁਸੀਂ ਇੰਟਰੋਡਿਊਸ ਕਰਵਾ ਰਹੇ ਹੋ? ਇਹ ਸਾਡੀਆਂ ਜਿਹੜੀਆਂ ਅਲਾਮਤਾਂ ਨੇ। ਮੈਨੂੰ ਸਿੱਖ ਦੇ ਤੌਰ ਤੇ, ਮੈਂ ਸਿੱਖ ਵਿਦਿਆਰਥੀ ਹਾਂ, ਮੈਂ ਇਸ ਉਮਰ ਤੱਕ ਸਿੱਖ ਧਰਮ ਵਿੱਚ ਮੈਨੂੰ ਇਹ ਤੇ ਕੋਈ ਇਹਨਾਂ 'ਚ ਕੋਈ ਨਹੀਂ ਸਕਦਾ ਪਰ ਮੈਂ ਸਿੱਖੀ ਦੇ ਖਿਲਾਫ ਹਾਂ ਜਾਂ ਸਿੱਖ ਨਹੀਂ ਹਾਂ। ਜਿਹੜਾ ਤੈਨੂੰ ਖਤਰਾ ਹੈ ਮੈਨੂੰ ਨਹੀਂ ਹੈ।
ਮੈਨੂੰ ਉਸ ਖਤਰੇ ਦਾ ਹੋਣ ਕਰਕੇ ਮੈਂ ਬੇਬਾਕ ਢੰਗ ਨਾਲ ਕਹਿਣਾ ਚਾਹੁੰਦਾ ਕਿ ਭਾਈ ਇਹ ਗੱਲ ਯਾਦ ਰੱਖੋ ਕਿ ਕਿਸੇ ਨੇ ਸਾਨੂੰ ਕੋਈ ਖਤਰਾ ਨਹੀਂ ਹੈ। ਅਸੀਂ ਤੇ ਆਪ ਪੱਕੇ ਹੋਣਾ ਆਪਣੇ ਆਪ ਵਿੱਚ। ਜਿਹੜਾ ਗੁਰੂ ਨਾਲ ਜੁੜਦਾ, ਜਿਹੜਾ ਬਾਣੀ ਨਾਲ ਜੁੜਿਆ, ਬਾਣੀ ਨਾਲ ਜੁੜਾ ਹੋਇਆ ਬੰਦਾ ਜਿਹੜਾ ਬਾਣੀ ਤੋਂ ਵਿਛੜ ਕੇ ਤੇ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ। ਜਿਹੜੀ ਖੁਦਕਸ਼ੀ ਨੂੰ ਦੀਆਂ ਪ੍ਰੋਬਲਮ ਆਈਆਂ ਬਾਣੀ ਨਾਲ ਵਿਛੜ ਕੇ ਆਈਆਂ ਹੋਈਆਂ ਨੇ ਮੇਰੇ ਮੁਤਾਬਕ। ਤੁਸੀਂ ਜਿਹੜੇ ਰੰਧਾਵਾ ਸਾਹਿਬ, ਮੇਰੀ ਜਿਹੜੀ ਪ੍ਰੋਬਲਮ ਹੈ ਇਹ ਆ ਕਿ ਬਾਣੀ ਨਾਲ ਜੁੜਨ ਦਾ ਮਤਲਬ ਕੋਈ ਮਤਲਬ ਅੰਮ੍ਰਿਤਧਾਰੀ ਹੋਣਾ ਨਹੀਂ ਹੈ। ਮੈਂ ਮਤਲਬ ਸਮਝਦਾ ਇਹ ਗੱਲ ਨੂੰ, ਪਰ ਬਾਣੀ ਨਾਲ ਜੁੜਨ ਦਾ ਮਤਲਬ ਇਹ ਹੈ ਕਿ ਕੋਈ ਬੰਦਾ ਕੌਣ ਨਹੀਂ ਜੁੜਿਆ ਹੈ ਬਾਣੀ ਨਾਲ। ਅੱਜ ਹੀ ਇੱਕ ਸਟੇਟਮੈਂਟ ਜਥੇਦਾਰ ਸਾਹਿਬ ਦੀ ਉਹ ਇਹ ਹੈ ਕਿ ਬਾਣੀ ਨੂੰ ਜਿਵੇਂ ਲਿਖਿਆ ਉਵੇਂ ਪੜ੍ਹਨਾ ਚਾਹੀਦਾ ਹੈ। ਤੁਹਾਨੂੰ ਤੁਹਾਡੇ ਰਾਹੀਂ ਮੈਂ ਦੱਸਣਾ ਚਾਹੁੰਦਾ ਵੀ ਕੋਈ ਇੱਕ ਬੰਦਾ ਦੇ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਦੱਸੋ ਜਿਹਨੇ ਇਹ ਕਿਹਾ ਹੋਵੇ ਵੀ ਜਿਸ ਤਰ੍ਹਾਂ ਲਿਖਿਆ ਉਸ ਤਰ੍ਹਾਂ ਨਹੀਂ ਪੜ੍ਹਨਾ। ਕਿਹਨੂੰ ਸਮਝਾਈ ਜਾਂਦੇ ਹੋ? ਸਿਰਫ ਇਹ ਹੈ ਕਿ ਮੈਂ ਤੇ ਮੇਰੇ ਨਾਲ ਵਾਲਾ ਵਿਦਵਾਨ ਜਿਹੜਾ ਹੈ ਉਹ ਇੱਕ ਦੂਜੇ ਨਾਲ ਲੜਨਾ ਚਾਹੁੰਦੇ ਹੋ ਤੇ ਇਸ ਬਹਾਨੇ ਨਾਲ ਲੜ ਰਹੇ ਹਾਂ ਵੀ ਮੈਂ ਇਸ ਤਰ੍ਹਾਂ ਕਰ ਰਿਹਾ, ਮੈਂ ਹੋੜਾ ਬੋਲ ਸਕਦਾ, ਇਹ ਹੋੜਾ ਨਹੀਂ ਬੋਲ ਸਕਦਾ, ਕਨੋੜਾ ਨਹੀਂ ਬੋਲ ਸਕਦਾ, ਮੈਂ ਪੌੜੀ ਕਹਿ ਸਕਦਾ, ਇਹ ਪੌੜੀ ਕਹਿੰਦਾ। ਇਹ ਲੜਾਈ ਹੈ ਕੋਈ? ਇਹ ਕੋਈ ਲੜਾਈ ਹੈ? ਇਹੋ ਜਿਹੀ ਲੜਾਈ ਵਿੱਚ, ਸਿਹਾਰੀਆਂ ਬਿਹਾਰੀਆਂ ਦੀ ਲੜਾਈ ਵਿੱਚ ਮਤਲਬ ਕੀ ਵਰਤਣਾ ਹੈ, ਕੀ ਨਹੀਂ ਵਰਤਣਾ, ਕਿਵੇਂ ਬੋਲਣਾ ਹੈ, ਕਿਵੇਂ ਨਹੀਂ ਬੋਲਣਾ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਕਿਹਦੇ ਵਾਸਤੇ ਕਰ ਰਹੇ ਹਾਂ ਅਸੀਂ। ਜਿਹੜੇ ਮਤਲਬ ਟੈਕਨੀਕਲ ਬੰਦੇ ਉਹਨੂੰ ਮਤਲਬ ਟੈਕਨੀਕੈਲਿਟੀ ਵਿੱਚ ਕੱਸ ਕੇ ਉਹਦੇ ਅਸੂਲ ਬਣਾਉਣਗੇ, ਉਹਨਾਂ ਨੂੰ ਪੁੱਛਣਾ ਤੇ ਇਹ ਚਾਹੀਦਾ ਹੈ ਵੀ ਭਾਈ ਇਸ ਤਰ੍ਹਾਂ ਖੰਡ ਪਾਠ ਕਰਨ ਵਾਲੇ ਦਾ ਕੀ ਬਣੇਗਾ। ਕਿ ਖੰਡ ਪਾਠ ਕਰਨ ਵਾਲਾ ਤੇ ਇਹਨਾਂ ਤੁਹਾਡਾ ਜਿੰਨਾ ਐਕਸਪਰਟ ਨਹੀਂ ਹੈ ਵੀ ਉਹ ਲਾਸਟ ਸਿਹਾਰੀ ਦਾ ਔਂਕੜ ਜਿਹੜੀ ਆ ਉਸ ਤਰ੍ਹਾਂ ਹੀ ਬੋਲ ਸਕੇ ਜਿਵੇਂ ਤੁਸੀਂ ਚਾਹੁੰਦੇ ਹੋ। ਉਹ ਤੁਹਾਨੂੰ ਨਹੀਂ ਬੋਲੇਗਾ ਤੇ ਪਾਠ ਕਰੇਗਾ। ਹੁਣ ਪਾਠ ਕਰਨ ਵਾਲਾ ਜਿਹੜਾ ਹੈ, ਜਿਹੜਾ ਗੁਰੂ ਨਾਲ ਜੁੜਨ ਵਾਲਾ ਬੰਦਾ ਜਿਹੜਾ ਹੈ, ਬਾਣੀ ਨਾਲ ਜਾਣ ਵਾਲਾ ਬੰਦਾ ਜਿਹੜਾ ਹੈ, ਉਹ ਬਾਣੀ ਨੂੰ ਮੰਤਰ ਵਾਂਗ ਨਹੀਂ ਜਪ ਰਿਹਾ। ਹਿੰਦੂ ਧਰਮ ਵਿੱਚ ਮੰਤਰ ਜਿਹੜਾ ਨਾ ਉਹਦੀਆਂ ਮਾਤਰਾਵਾਂ ਜੇ ਕਿਰ ਜਾਣ ਤੇ ਮੰਤਰ ਦਾ ਇਫੈਕਟ ਕਰ ਜਾਂਦਾ ਸੀ, ਨਹੀਂ ਸੀ ਲੱਗਦਾ। ਗੁਰਬਾਣੀ ਨੇ ਇਹੋ ਜਿਹਾ ਕੁਛ ਨਹੀਂ ਕੀਤਾ ਵੀ ਜੇ ਤੁਸੀਂ ਮਗਰਲੀ ਅੱਖਰ ਦੀ ਸਿਹਾਰੀ ਨਹੀਂ ਬੋਲੋਗੇ ਜਾਂ ਮਗਰਲਾ ਔਕੜ ਨਹੀਂ ਬੋਲੋਗੇ ਜਿਹੜੀ ਕਿ ਬੋਲੀ ਮੁਸ਼ਕਿਲ ਹੈ ਤੇ ਤੁਹਾਡਾ ਇਹ ਜਿਹੜਾ ਬਾਣੀ ਪੜ੍ਹਨ ਦਾ ਜਿਹੜਾ ਮਹਾਤਮਾ ਉਹ ਘਟ ਜਾਏਗਾ। ਇਹ ਕਿਤੇ ਨਹੀਂ ਕਿਹਾ, ਸਿਰਫ ਇਹ ਕਿਹਾ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜਿਹਨੂੰ ਜਪਜੀ ਵਿੱਚੋਂ ਇੱਕ ਓਂਕਾਰ ਯਾਦ ਹੈ ਉਹ ਵੀ ਬਾਣੀ ਨਾਲ ਜੁੜਿਆ ਹੋਇਆ, ਜਿਹਨੂੰ ਹੁਕਮ ਰਜਾਈ ਚੱਲਣਾ ਯਾਦ ਹੈ ਉਹ ਵੀ ਜੁੜਿਆ ਹੋਇਆ, ਸਾਰੀ ਪੰਕਤੀ ਨਾ ਵੀ ਆਉਂਦੀ ਹੋਵੇ ਤਾਂ ਵੀ ਜੁੜਿਆ ਹੋਇਆ। ਮੈਂ ਇਹ ਸਮਝਦਾ ਕਿ ਅਸੀਂ ਜਿਹੜਾ ਸਾਡੀਆਂ ਸੰਸਥਾਵਾਂ ਨੇ ਸਿੱਖਾਂ ਵਾਸਤੇ ਰੋਡ ਮੈਪ ਤਿਆਰ ਕਰਨਾ ਸੀ ਤਾਂ ਕਿ ਉਹ ਬਾਣੀ ਨਾਲ ਜੁੜੇ ਰਹਿ ਸਕਣ, ਉਹ ਅਸੀਂ ਛੱਡ ਦਿੱਤਾ ਹੈ। ਤੇ ਹੁਣ ਅਸੀਂ ਇਹ ਕਰਨਾ ਸ਼ੁਰੂ ਕਰਤਾ ਹੈ ਕਿ ਜਿਹੜੇ ਸਿੱਖ ਸਿਆਸਤਦਾਨ ਨੇ ਉਹਨਾਂ ਵਿੱਚੋਂ ਕਿਹਦੀ ਮਦਦ ਕਰਨੀ ਹੈ ਤੇ ਕਿਹਦੀ ਮਦਦ ਨਹੀਂ ਕਰਨੀ, ਇਹ ਮੇਰਾ ਕੰਮ ਨਹੀਂ ਹੈ। ਮੈਂ ਇੱਕ ਪੁਰਾਣੇ ਲੇਖ ਲਿਖੇ ਸੀ ਲੰਬੇ, ਮਤਲਬ 60-70 ਲੇਖ ਸੀਗੇ, ਅਕਾਲੀ ਹੋਣ ਦਾ ਦਰਦ। ਤੇ ਮੈਨੂੰ ਉਹ ਮੇਰੇ ਦੋਸਤ ਜਿਹੜੇ ਨੇ ਮਖੌਲ ਕਰ ਦਿੰਦੇ ਸੀ ਵੀ ਇਹ ਸੂਲ ਤੇਰੇ ਹੀ ਕਿਉਂ ਉੱਠਦਾ ਹੈ। ਉਹ ਮੈਂ ਕਿਹਾ ਭਾਈ ਮੈਂ ਅਕਾਲੀ ਹਾਂ, ਪਰ ਮੈਨੂੰ ਅਕਾਲੀਅਤ ਗੁੰਮ ਹੁੰਦੀ ਜਾਂਦੀ ਲੱਗਦੀ ਹੈ। ਅਕਾਲੀਅਤ ਗੁੰਮ ਹੁੰਦੀ ਹੈ ਤੇ ਮੇਰਾ ਚਿੱਤ ਘਿਰਦਾ ਹੈ। ਇਹ ਮੇਰੀ ਚੀਕ ਬੁਲਬੁਲੀ ਹੈ। ਇਹ ਤੇ ਮੈਂ ਚੀਕ ਮਾਰ ਰਿਹਾ, ਇਹਨੂੰ ਤੁਸੀਂ ਗੱਲਬਾਤ ਰੰਗ ਸਮਝੋ ਵੀ ਮੈਂ ਅਕਾਲੀ ਹੋ ਕੇ ਕਿਸ ਕਿਸਮ ਦੇ ਦਰਦ ਵਿੱਚੋਂ ਲੰਘ ਰਿਹਾ। ਅਸਲ ਵਿੱਚ ਇਸ ਵੇਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਰਦਾਰ ਸਾਹਿਬ, ਮੈਂ ਸਿੱਖ ਹੋਣ ਦੇ ਦਰਦ ਵਿੱਚੋਂ ਲੰਘ ਰਿਹਾ ਇਸ ਵੇਲੇ ਤੇ ਕਹਿ ਵੀ ਨਹੀਂ ਸਕਦੇ ਕਿਉਂਕਿ ਸੁਣਨ ਵਾਲਾ ਕੋਈ ਨਹੀਂ ਹੈ। ਮੈਂ ਮੰਤਰ ਮੁਗਧ ਹੋ ਗਿਆ। ਮੇਰੇ ਕੋਲ ਸਵਾਲ ਕਿੰਨੇ ਸੀ ਪਰ ਮੈਂ ਕਰ ਨਾ ਪਾਇਆ, ਅਸੀਂ ਸਮੇਂ ਦੀ ਸੀਮਾ ਉਲੰਘ ਆਏ ਆ। ਇੱਕ ਸਵਾਲ ਬਹੁਤ ਅਹਿਮ ਆ ਜਿਹੜਾ ਮੈਂ ਅਗਲੇ ਸੈਗਮੈਂਟ ਚ ਲਾਉਂਗਾ। ਮੈਂ ਸਵਾਲ ਛੱਡ ਜਾਵਾਂ ਐਵੇਂ ਹੀ। ਤੁਸੀਂ ਇੱਕ ਗੱਲ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਦੇ ਆ। ਅਗਲੀ ਵਾਰ ਅਸੀਂ ਇੱਥੇ ਗੱਲ ਕਰਾਂਗੇ ਕਿ ਜਿਹੜਾ ਐਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਚ ਲਿਆਉਂਦਾ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੰਵਿਧਾਨਕ ਪੋਸਟ ਜਿਹਨੂੰ ਕਹਿੰਦੇ ਆ ਜਾਂ ਸ਼੍ਰੋਮਣੀ ਕਮੇਟੀ ਦੇ ਆਪਣੇ ਜਿਹੜੇ ਮਰਿਆਦਾ ਉਹਦੇ, ਹਾਂਜੀ ਸੰਵਿਧਾਨਕ ਨਾ ਕਹੋ, ਪੰਥਕ ਪੋਸਟ ਹੈ। ਜਦੋਂ ਤੁਸੀਂ ਕਰੋਗੇ ਉਦੋਂ ਮੈਂ ਦੱਸ ਦਿਆਂਗਾ ਕਿਵੇਂ ਹੈ। ਹਾਂ, ਮਤਲਬ ਸੰਵਿਧਾਨ ਰਾਹੀਂ ਹੋਂਦ ਵਿੱਚ ਆਈ ਹੈ, ਲੇਕਿਨ ਇਹਦੀ ਜਿਹੜੀ ਸਿੰਘ ਸਾਹਿਬ ਵਾਲੀ ਪੋਸਟ ਆ ਉਹਦਾ ਅਸਲ ਨਾਮ ਕੀ ਹੈ, ਇਹ ਅਸੀਂ ਕਦੋਂ ਪੰਥ ਨੇ ਕਦੋਂ ਪ੍ਰਵਾਨ ਕੀਤੀ, ਕਿਵੇਂ ਕਿਵੇਂ ਅੱਗੇ ਵਧੀ, ਇਹਦੇ ਤੇ ਗੱਲ ਕਰਾਂਗੇ। ਲੇਕਿਨ ਸਾਡਾ ਏਜੰਡਾ, ਸਾਡਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ ਨੂੰ, ਕਿਸੇ ਸੰਸਥਾ ਨੂੰ ਢਾਹ ਲਾਉਣਾ ਨਹੀਂ। ਉਹਨਾਂ ਮੁੱਦਿਆਂ ਤੇ ਬਹਿਸ ਕਰਨਾ ਹੈ ਜਿਹੜੇ ਮੁੱਦੇ ਸਾਹਮਣੇ ਆਉਂਦੇ ਆ ਤੇ ਸਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਧ ਗੋਸ਼ਟ ਵਾਂਗ ਇਹਨਾਂ ਉੱਤੇ
ਕਿਉਂਕਿ ਗੁਰਬਾਣੀ 'ਚ ਕਿਹਾ ਗਿਆ ਕਿ ਸੰਵਾਦ ਜਾਂ ਗੋਸ਼ਟ ਅਹਿਮ ਆ, ਸੋ ਇੱਥੇ ਗੱਲ ਕਰਨੀ ਬਣਦੀ ਆ। ਉਸੇ ਭਾਵਨਾ ਦੇ ਅੰਤਰਗਤ ਕਰ ਰਹੇ ਆ। ਕੋਈ ਡਾਢਾ ਕੋਈ ਤਗੜਾ ਬੰਦਾ ਸਾਨੂੰ ਘੇਰੇ 'ਚ ਲਿਆਉਣਾ ਚਾਹਵੇ ਤੇ ਉਹਦੀ ਮਰਜ਼ੀ, ਪਰ ਅਸੀਂ ਕਰਦੇ ਰਵਾਂਗੇ, ਕਰਨੀ ਬਣਦੀ ਆ। ਚੁੱਪ ਤਾਂ ਮਰ ਗਿਆਂ ਦੀ ਹੁੰਦੀ ਆ, ਤੇ ਸਿੱਖਾਂ 'ਚ ਚੁੱਪ ਨਾਂ ਦਾ ਕੁਝ ਨਹੀਂ ਹੁੰਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸਰ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ